ਵਾਹਿਗੁਰੂ 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 ਵਾਹਿਗੁਰੂ। ਜਿੱਥੋਂ ਤੱਕ ਆਪ ਜੀ ਕੱਲ ਤੱਕ ਸੁਣ ਚੁੱਕੇ ਹੋ ਕਿ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਇਸ ਕਿਲੇ ਨੂੰ, ਕਿਲਾ ਆਨੰਦਗੜ੍ਹ ਨੂੰ ਘੇਰਾ ਪਿਆ ਰਿਹਾ ਔਰ ਜੰਗਾਂ ਵੀ ਹੋਈਆਂ। ਫਿਰ ਕਈ ਮਹੀਨੇ ਦਾ ਘੇਰਾ ਜਿਹੜਾ ਬਣਾ ਕੇ ਬੈਠੇ ਰਹੇ, ਰਾਸ਼ਨ ਅੰਦਰ ਨਹੀਂ ਆਇਆ। ਜੇ ਬਾਹਰਲੇ ਕੋਈ 4 ਸਿੰਘ ਜਾਂਦੇ ਸੀ, 2 ਸ਼ਹੀਦ ਹੋ ਜਾਂਦੇ ਸੀ, 2 ਰਸਤਾਂ ਲੈ ਆਉਂਦੇ ਸੀ। ਇਹ ਕੁਰਬਾਨੀਆਂ ਇਹਨਾਂ ਦਿਨਾਂ 'ਚ ਖਾਲਸਾ ਪੰਥ ਨੂੰ ਦੇਣੀਆਂ ਪਈਆਂ। ਗੁਰੂ ਕੀ ਸਾਧ ਸੰਗਤ ਜੀ, ਆਖਰ ਬਾਤ ਇੱਥੋਂ ਤੱਕ ਪਹੁੰਚ ਗਈ ਕਿ ਛੋਲਿਆਂ ਦੀ ਜਿਹੜੀ ਮੁੱਠ ਸੀ ਨਾ, ਉਹ ਰਹਿ ਗਈ ਲੰਗਰਾਂ ਦੇ ਵਿੱਚ। ਉਹ ਵੀ ਕਿਸ ਗੁਰੂ ਕੇ ਖਾਲਸੇ ਨੂੰ ਛੋਲਿਆਂ ਦੀ ਮੁੱਠ ਮਿਲ ਜਾਣੀ, ਪਾਣੀ ਦਾ ਘੁੱਟ ਪੀ ਕੇ ਗੁਜ਼ਾਰਾ ਕਰ ਲੈਣਾ, ਤੇ ਕਈਆਂ ਨੂੰ ਉਹ ਵੀ ਨਸੀਬ ਨਾ ਹੋਣੀ। ਪਰ ਉਹਨਾਂ ਨੇ ਇੰਨੀ ਠੰਡ ਵਿੱਚ ਇੱਕ ਮੁੱਠ ਛੋਲਿਆਂ ਦੀ ਖਾ ਕੇ ਵੀ ਆਪਣਾ ਨਿਰੰਕਾਰ ਨਹੀਂ ਛੱਡਿਆ, ਵਾਹਿਗੁਰੂ ਨਹੀਂ ਛੱਡਿਆ, ਧਰਮ ਨਹੀਂ ਛੱਡਿਆ। ਗੱਜ ਗਿਆ ਕੋ ਸਤਨਾਮ ਸ੍ਰੀ ਵਾਹਿਗੁਰੂ। ਜਿਸ ਤਰੀਕੇ ਨਾਲ ਗੁਰੂ ਕੀ ਸਾਧ ਸੰਗਤ ਜੀ, ਜਿਸ ਤਰ੍ਹਾਂ ਆਪ ਜੀਆਂ ਦੇ ਸਾਖ ਸੰਬੰਧੀ ਭੈਣ ਭਰਾਵਾਂ ਰਿਸ਼ਤੇਦਾਰਾਂ 'ਚ ਪ੍ਰੋਗਰਾਮ ਆ ਜਾਂਦੇ ਤੇ ਕਿੱਡੇ ਫਿਕਰ ਨਾਲ ਜਾਂਦੇ ਜੇ ਅਸੀਂ ਨਾ ਗਏ ਪੈਲਸ ਵਿੱਚ, ਰਿਸ਼ਤੇਦਾਰੀ 'ਚ ਨਾ ਗਏ ਤੇ ਕੱਲ ਨੂੰ ਉਹਨਾਂ ਨੇ ਸਾਡੇ ਨਹੀਂ ਆਉਣਾ, ਕਹਿੰਦੇ ਨਹੀਂ? ਜੇ ਅੱਜ ਨਾ ਗਏ ਉਹਨਾਂ ਘਰ ਤੇ ਕੱਲ ਨੂੰ ਉਹਨਾਂ ਸਾਡੇ ਘਰ ਨਹੀਂ ਆਉਣਾ। ਅਸੀਂ ਰਿਸ਼ਤੇਦਾਰੀ ਨਿਭਾਉਣੀ ਹੈ। ਰਿਸ਼ਤੇਦਾਰੀ ਭਾਵੇਂ ਦੂਰ ਹੀ ਹੋਵੇ, ਭਾਵੇਂ 40 ਕਿਲੋਮੀਟਰ ਜਾਣਾ ਪਵੇ, ਭਾਵੇਂ 100 ਕਿਲੋਮੀਟਰ ਜਾਣਾ ਪਵੇ, ਰਿਸ਼ਤੇਦਾਰੀ 'ਚ ਠੰਡ ਵਿੱਚ ਜਾਂਦੇ ਕਿ ਨਹੀਂ ਜਾਂਦੇ? ਤੇ ਗੁਰੂ ਘਰ ਸਿੱਖੋ, ਜਿਹੜੀ ਤੁਹਾਡੀ ਰਿਸ਼ਤੇਦਾਰੀ ਗੁਰੂ ਨਾਲ ਹੈ, ਇਹ ਕਿਉਂ ਛੱਡ ਦਿੱਤੀ? ਹਜੇ ਵੀ ਆ ਜਾਓ ਆਪਣੇ ਘਰਾਂ ਤੋਂ ਉੱਠ ਕੇ। ਇਹ ਰਿਸ਼ਤੇਦਾਰੀ ਇਸ ਤਰ੍ਹਾਂ ਦੀ ਜੇ ਇਹਨੂੰ ਤੁਸੀਂ ਨਾਮ ਹੀ ਯਾਦ ਕਰੋਗੇ, ਇਹਨੇ ਤਾਂ ਵੀ ਸਵੇਰੇ ਉੱਠ ਕੇ ਤੁਹਾਨੂੰ ਰੋਟੀ ਦੇਣੀ ਆ। ਗੱਲ ਗਿਆ ਕੋ ਸਤਨਾਮ ਸ੍ਰੀ ਵਾਹਿਗੁਰੂ। ਇਹਨੇ ਤਾਂ ਵੀ ਰੋਟੀ ਦੇਣੀ। ਮੇਰੇ ਬੱਚਿਆ, ਕੋਈ ਗੱਲ ਨਹੀਂ, ਜੇ ਤੂੰ ਸਵੇਰੇ ਉੱਠ ਕੇ ਨਿਤਨੇਮ ਨਹੀਂ ਨਾ ਕੀਤਾ, ਆ ਮੈਂ ਤੈਨੂੰ ਭੋਜਨ ਤਾਂ ਵੀ ਦਵਾਂ। ਦਿੰਦਾ ਕਿ ਨਹੀਂ ਦਿੰਦਾ? ਦਿੰਦਾ ਜੀ। ਜਿਨ੍ਹਾਂ ਨੇ ਅੱਜ ਸਵੇਰੇ ਜਪਜੀ ਸਾਹਿਬ ਦੀ ਬਾਣੀ ਨਹੀਂ ਪੜ੍ਹੀ, ਵਾਹਿਗੁਰੂ ਨਹੀਂ ਕੀਤਾ, ਅੰਮ੍ਰਿਤ ਵੇਲੇ ਨਾਮ ਨਹੀਂ ਜਪਿਆ, ਤੇ ਕੀ ਇਹਨੇ ਰੋਟੀ ਦੇਣੀ ਬੰਦ ਕਰਤੀ ਆ? ਦਿੰਦਾ ਨਾ ਰੋਟੀ। ਤੇ ਜੇ ਨਾਮ ਜਪਾਂਗੇ ਕੀ ਪਤਾ ਹੋਰ ਕਿਤਨਾ ਦੀ ਮਿਲੂਗੀ ਤੁਹਾਨੂੰ, ਹੋਰ ਕਿੰਨੇ ਪਦਾਰਥ ਮਿਲਣਗੇ। ਦੁਨੀਆ ਦੀਆਂ ਕਿੰਨੀਆਂ ਖੁਸ਼ੀਆਂ ਨਿਆਮਤਾਂ ਤੁਹਾਡੇ ਚਰਨਾਂ 'ਚ ਲਿਆ ਕੇ ਰੱਖ ਦੇਵੇਗਾ ਗੁਰੂ। ਗੁਰੂ ਕੇ ਸਿੱਖੋ, ਜਿਸ ਤਰ੍ਹਾਂ ਭੈਣ ਭਰਾਵਾਂ ਨੂੰ, ਸਾਖ ਸੰਬੰਧੀਆਂ ਨੂੰ ਪਹਿਲ ਦਿੰਦੇ ਨੇ ਨਾ, ਉਹਦੇ ਨਾਲੋਂ ਪਹਿਲ ਪਹਿਲਾਂ ਆਪਣੇ ਸਤਿਗੁਰੂ ਨੂੰ ਦਿਆ ਕਰੋ, ਗੁਰਦੁਆਰੇ ਨੂੰ ਦਿਆ ਕਰੋ, ਗੁਰਦੁਆਰੇ ਦਾ ਨਾਦਾ ਨਾ ਪਾਇਆ ਕਰੋ, ਰੋਜ਼ ਗੁਰਦੁਆਰੇ ਆਇਆ ਕਰੋ, ਗੁਰੂ ਦੇ ਦਰਸ਼ਨ ਕਰਿਆ ਕਰੋ। ਇੱਕ ਨਾ ਇੱਕ ਦਿਨ ਗੁਰੂ ਤਰਸ ਕਰ ਲਵੇਗਾ ਤੇ ਆਪਣੇ ਚਰਨਾਂ 'ਚ ਸਾਨੂੰ ਥਾਂ ਦੇ ਦੇਗਾ। ਥਾਂ ਅੱਜ ਗਿਆ ਕੋ ਸਤਨਾਮ ਸ੍ਰੀ ਵਾਹਿਗੁਰੂ। ਛੋਲਿਆਂ ਦੀ ਮੁੱਠ ਖਾ ਕੇ ਗੁਰੂ ਦਾ ਖਾਲਸਾ ਗੁਜ਼ਾਰਾ ਕਰਦਾ ਰਿਹਾ। ਆਖਰ ਰਾਜਪੂਤ ਰਾਜੇ ਬ੍ਰਾਹਮਣ ਇਕੱਠੇ ਹੋ ਕੇ ਆ ਗਏ, ਕੁਝ ਮੁਸਲਮਾਨ ਆ ਗਏ। ਉਹਨਾਂ ਨੇ ਆ ਕੇ ਕਿਹਾ, ਮਹਾਰਾਜ ਅਸੀਂ ਕੁਰਾਨ ਸ਼ਰੀਫ ਦੀ ਕਸਮ ਖਾਂਦੇ। ਕੁਝ ਬ੍ਰਾਹਮਣਾਂ ਹਿੰਦੂਆਂ ਨੇ ਕਹਿ ਦਿੱਤਾ, ਮਹਾਰਾਜ ਅਸੀਂ ਆਟੇ ਦੀ ਗਾਂ ਬਣਾ ਕਰਕੇ ਮਹਾਰਾਜ ਗੀਤਾ ਦੀ ਕਸਮ ਖਾਂਦੇ ਆ। ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਕਿਹਾ, ਭਾਈ ਇਹ ਤੁਹਾਡੇ ਧਾਰਮਿਕ ਗ੍ਰੰਥ ਹਨ, ਅਸੀਂ ਇਹਨਾਂ ਦਾ ਸਤਿਕਾਰ ਕਰਦੇ ਹਾਂ, ਅਸੀਂ ਇਹਨਾਂ ਨੂੰ ਨਮਸਕਾਰ ਕਰਦੇ ਹਾਂ, ਸਤਿਕਾਰ ਕਰਦੇ ਹਾਂ, ਅਦਬ ਕਰਦੇ ਹਾਂ। ਧੰਨ ਗੁਰੂ ਗੋਬਿੰਦ ਸਿੰਘ ਪਿਤਾ ਮਹਾਰਾਜ ਜਫਰਨਾਮੇ ਵਿੱਚ ਵੀ ਲਿਖ ਕੇ ਭੇਜਿਆ ਸੀਗਾ, ਔਰੰਗਜ਼ੇਬ ਜਿਸ ਕੁਰਾਨ ਦੀ ਤੁਸੀਂ ਕਸਮ ਖਾਧੀ ਸੀ, ਤੁਸੀਂ ਤਾਂ ਉਸ ਕੁਰਾਨ ਨੂੰ ਮੰਨਿਆ ਹੀ ਨਹੀਂ। ਮੈਂ ਤਾਂ ਫਿਰ ਤੁਹਾਡੀ ਕੁਰਾਨ ਦੀ ਅਦਬ ਕੀਤਾ, ਸਤਿਕਾਰ ਕੀਤਾ। ਗੱਜ ਗਿਆ ਕੋ ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਕੇ ਸਾਧ ਸੰਗਤ ਜੀ, ਗੁਰੂ ਵੱਲੋਂ ਸਾਨੂੰ 52 ਹੁਕਮਨਾਮੇ ਨੇ। 52 ਹੁਕਮਨਾਮਿਆਂ ਵਿੱਚੋਂ ਇੱਕ ਹੁਕਮ ਇਹ ਵੀ ਆ ਵੀ ਸਾਰੇ ਗ੍ਰੰਥਾਂ ਦਾ ਅਧਿਐਨ ਕਰਨਾ ਹੈ, ਲੇਕਿਨ ਮੰਨਣਾ ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਆ। ਕਿਸੇ ਧਰਮ ਦੀ ਨਿੰਦਾ ਨਹੀਂ ਕਰਨੀ, ਪਰ ਮੰਨਣਾ ਫਿਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਦੀ ਬਾਣੀ ਨੂੰ ਆ, ਕਿਉਂਕਿ ਇਹ ਧੁਰਕੀ ਬਾਣੀ ਹੈ। ਭੈਣੋ ਗੁਰਸਿੱਖੋ, ਦੁਨੀਆ ਦੇ ਗ੍ਰੰਥ ਲਿਖੇ ਗਏ ਨੇ। ਦੁਨੀਆ ਦੇ ਗ੍ਰੰਥ ਬੋਲੋ ਮੇਰੇ ਨਾਲ, ਦੁਨੀਆ ਦੇ ਗ੍ਰੰਥ ਲਿਖੇ ਗਏ। ਇਹ ਗ੍ਰੰਥ ਲਿਖਿਆ ਨਹੀਂ ਗਿਆ, ਇਹ ਧੁਰਕੀ ਬਾਣੀ ਆਈ। ਇਹ ਧੁਰਕੀ ਬਾਣੀ ਆਈ, ਇਹ ਧੁਰੋਂ ਬਾਣੀ ਆਈ। ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਜਿਸ ਤਰ੍ਹਾਂ ਬਾਣੀ ਆਈ ਉਸ ਤਰ੍ਹਾਂ ਸਤਿਗੁਰੂ ਨੇ ਵਿਖਿਆਨ ਕੀਤੀ ਹੈ। ਬਾਣੀ ਆਈ ਆ, ਦੁਨੀਆ ਦੇ ਗ੍ਰੰਥ ਲਿਖੇ ਗਏ। ਇਹ ਗ੍ਰੰਥ ਲਿਖਿਆ ਨਹੀਂ ਗਿਆ, ਇਹ ਨਿਰੰਕਾਰ ਦੀ ਬਾਣੀ ਆਈ ਦੁਨੀਆ ਦੇ ਦੁੱਖ ਦੂਰ ਕਰਨ ਵਾਸਤੇ। ਗੱਜ ਗਿਆ ਕੋ ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੂੰ ਖਾਲਸਾ ਪੰਥ ਨੇ ਆਖਿਆ, ਮਹਾਰਾਜ
ਜੇ ਇਹਨਾਂ ਨੇ ਆਪਣੇ ਧਾਰਮਿਕ ਗ੍ਰੰਥਾਂ ਦੀ ਕਸਮ ਖਾ ਹੀ ਲਈ ਆ ਤੇ ਮਹਾਰਾਜ ਕਿਲਾ ਛੱਡ ਦਈਏ। ਗੁਰੂ ਕੀ ਸਾਧ ਸੰਗਤ ਜੀ ਇੱਥੋਂ ਤੱਕ ਪਹਿਰਾ ਚੱਲ ਗਿਆ। ਅਨੰਦਪੁਰ ਸਾਹਿਬ ਦੇ ਜਿਹੜੇ ਵਾਸੀ ਲੋਕ ਸਨ ਉਹ ਵੀ ਮਹਾਰਾਜ ਜੀ ਦੇ ਕੋਲ ਆ ਗਏ। ਖਾਲਸਾ ਪੰਥ ਵੀ ਖਲੋਤਾ। ਮਹਾਰਾਜ ਜੀ ਨੂੰ ਆ ਕੇ ਕਹਿਣ ਲੱਗੇ, ਮਹਾਰਾਜ ਹੁਣ ਤਾਂ ਸਾਡੇ ਘਰਾਂ ਦੇ ਵਿੱਚੋਂ ਰਾਸ਼ਨ ਮੁੱਕ ਗਿਆ ਮਹਾਰਾਜ, ਹੁਣ ਤਾਂ ਅਸੀਂ ਭੁੱਖ ਦੀ ਪੀੜਾ ਜਰ ਰਹੇ ਹਾਂ। ਗੁਰੂ ਗੋਬਿੰਦ ਸਿੰਘ ਪਿਤਾ ਮਹਾਰਾਜ ਜੀ ਨੇ ਬੜੇ ਅਦਬ ਦੇ ਨਾਲ ਕਿਹਾ, ਖਾਲਸਾ ਜੀ ਜੇ ਕੁਝ ਦਿਨ ਪੀੜਾ ਜਰ ਲਵੋਗੇ ਸਾਰੀ ਜ਼ਿੰਦਗੀ ਸੁਖ ਮਾਣੋਗੇ, ਜੇ ਕਾਲੇ ਪਵੋਗੇ ਤਾਂ ਬਹੁਤ ਦੁਖੀ ਹੋਵੋਗੇ। ਇਹ ਗੱਲ ਸੱਚ ਹੈ। ਗੁਰੂ ਗੋਬਿੰਦ ਸਿੰਘ ਪਿਤਾ ਮਹਾਰਾਜ ਜੀ ਨੂੰ ਖਾਲਸਾ ਪੰਥ ਨੇ ਵੀ ਜ਼ੋਰ ਪਾ ਦਿੱਤਾ, ਮਹਾਰਾਜ ਅੰਦਰ ਭੁੱਖ ਨਾਲ ਤੜਪ ਕੇ ਮਰਨ ਨਾਲ ਚੰਗਾ ਦੋ ਹੱਥ ਕਰਕੇ ਮਰ ਜਾਈਏ। ਗੱਜ ਗਿਆ ਕੋ ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ ਸੱਚੇ ਪਾਤਸ਼ਾਹ ਮੈਂ ਗੁਰਮੁਖਾਂ ਪਿਆਰਿਆਂ ਦੇ ਲਿਖੇ ਹੋਏ ਬੋਲ ਪੜ੍ਹ ਰਿਹਾ ਸੀਗਾ। ਕਹਿਣ ਲੱਗੇ ਜਿਹੜਾ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਹਾਥੀ ਸੀ ਨਾ, ਗੁਰੂ ਕੀ ਸਾਧ ਸੰਗਤ ਜੀ ਇਹ ਵੀ ਭੁੱਖ ਦੇ ਕਾਰਨ ਮਰ ਗਿਆ। ਮਹਾਰਾਜ ਸੱਚੇ ਪਾਤਸ਼ਾਹ ਦਾ ਘੋੜਾ ਵੀ ਸੱਚੇ ਪਾਤਸ਼ਾਹ ਜੀ ਦਾ ਭੁੱਖ ਦੇ ਕਾਰਨ ਚੜ੍ਹਾਈ ਕਰ ਗਿਆ। ਹੋਰ ਜਿਹੜੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਘੋੜੇ ਸਨ ਉਹ ਵੀ ਚੜ੍ਹਾਈ ਕਰ ਗਏ, ਕਿਉਂਕਿ ਰਾਸ਼ਨ ਨਹੀਂ ਸੀਗਾ। ਛੋਲੇ ਤਾਂ ਖਾਲਸਾ ਪੰਥ ਦੇ ਖਾਣ ਜੋਗੇ ਸੀ, ਉਹ ਵੀ ਕਿਸੇ ਨੂੰ ਮੁੱਠ ਮਿਲਦੇ ਸੀ, ਕਿਸੇ ਨੂੰ ਮੁੱਠ ਨਹੀਂ ਸੀ ਮਿਲਦੇ। ਗੱਜ ਗਿਆ ਕੋ ਸਤਨਾਮ ਸ੍ਰੀ ਵਾਹਿਗੁਰੂ। ਆਖਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਖਾਲਸਾ ਪੰਥ ਨੂੰ ਇਕੱਤਰ ਕਰਕੇ ਫਿਰ ਇੱਕ ਤਰ੍ਹਾਂ ਕਹਿ ਦਿੱਤਾ, ਜੇ ਜਰ ਜਾਵੋਗੇ ਤਾਂ ਸੁਖੀ ਰਹੋਗੇ, ਅਗਰ ਜੇ ਤੁਸੀਂ ਨਹੀਂ ਜਰੋਗੇ ਤੇ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਤੁਹਾਨੂੰ ਕਰਨਾ ਪਵੇਗਾ। ਖਾਲਸਾ ਪੰਥ ਨੇ ਕਿਹਾ, ਮਹਾਰਾਜ ਭੁੱਖ ਨਹੀਂ ਜਰੀ ਜਾਂਦੀ, ਮਹਾਰਾਜ ਕਿਹੜਾ ਛੱਡ ਦਈਏ। ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਿਲਾ ਛੱਡਣ ਦੀ ਥਾਂ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਖਚਰਾਂ ਦੇ ਉੱਤੇ ਕੁਝ ਸਮਾਨ ਪੁਰਾਣਾ ਕੂੜਾ ਕਰਕਟ ਇਕੱਠਾ ਕਰਕੇ ਲੱਦ ਕੇ ਥਾਂ ਨੂੰ ਭੇਜ ਦਿੱਤਾ, ਸੁੰਦਰ ਦਿਸ਼ਾਰੇ ਪਾ ਕੇ। ਜਦੋਂ ਇਹ ਖਚਰਾਂ ਥੱਲੇ ਆਈਆਂ, ਸੁੰਦਰ ਬਸਤਰ ਵੇਖੇ ਤੇ ਮੁਗਲ ਫੌਜਾਂ ਟੁੱਟ ਕੇ ਪੈ ਗਈਆਂ ਕਿ ਹੋ ਸਕਦਾ ਗੁਰੂ ਨੇ ਕੋਈ ਖਜ਼ਾਨਾ ਲੱਦ ਕੇ ਮਹਾਰਾਜ ਲੈ ਕੇ ਚੱਲੇ ਹੋਣ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ, ਖਾਲਸਾ ਜੀ ਇਹਨਾਂ ਦੀਆਂ ਕਸਮਾਂ ਤੇ ਯਕੀਨ ਕਰਦੇ ਹੋ, ਜਿਨ੍ਹਾਂ ਨੇ ਖਚਰਾਂ ਥੱਲੇ ਤੱਕ ਵੀ ਨਹੀਂ ਜਾਣ ਦਿੱਤੀਆਂ ਤੇ ਲੁੱਟ ਲਈਆਂ। ਫਿਰ ਵੀ ਕਲਗੀਆਂ ਵਾਲੇ ਬਾਪੂ ਨੇ ਆਖਰ ਰਾਤ ਪਹਿਰ ਜਾਂਦਿਆਂ ਸਾਰਿਆਂ ਨੂੰ ਇਕੱਤਰ ਕੀਤਾ, ਮਤਾ ਪਾਸ ਕਰ ਦਿੱਤਾ। ਗੁਰੂ ਕੀ ਸਾਧ ਸੰਗਤ ਜੀ ਮਾਤਾਵਾਂ ਭਾਈ ਮਨੀ ਸਿੰਘ ਸਾਹਿਬ ਜੀ ਦੇ ਨਾਲ ਨੇ, ਛੋਟੇ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਜੀ ਦੇ ਨਾਲ ਨੇ, ਵੱਡੇ ਸਾਹਿਬਜ਼ਾਦੇ ਗੁਰੂ ਪਿਤਾ ਜੀ ਦੇ ਨਾਲ ਨੇ। ਔਰ ਜਿਸ ਵੇਲੇ ਆਨੰਦਗੜ੍ਹ ਦੇ ਕਿਲੇ ਤੋਂ ਥੱਲੇ ਉਤਰਦੇ ਆ ਤੇ ਕੀਰਤਪੁਰ ਸਾਹਿਬ ਦੀ ਧਰਤੀ ਤੇ ਜਾਂਦੇ ਨੇ, ਹਜੇ ਮੁਗਲਾਂ ਦਾ ਹੱਲਾ ਹੋ ਜਾਂਦਾ, ਪਹਾੜੀ ਰਾਜਪੂਤ ਰਾਜਿਆਂ ਦਾ ਹੱਲਾ ਹੋ ਜਾਂਦਾ। ਆਵਾਜ਼ ਆਉਂਦੀ ਹੈ, ਜਾ ਅਲੀ ਜਾ ਅਲੀ ਜਾ ਅਲੀ ਦੇ ਨਾਰੇ ਵੱਜਦੇ ਨੇ, ਕੋਈ ਜੈ ਦੇਵਾਂ ਦੇ ਨਾਰੇ ਲਾਉਂਦਾ। ਸਾਧ ਸੰਗਤ ਜੀ ਆਖਰ ਪਤਾ ਲੱਗ ਗਿਆ ਕਿ ਮੁਗਲ ਫੌਜਾਂ ਪਿੱਛੋਂ ਚੜ ਕੇ ਆ ਗਈਆਂ ਨੇ। ਇਥੋਂ ਤੱਕ ਦੱਸਦੇ ਗੁਰੂ ਕੀ ਸਾਧ ਸੰਗਤ ਜੀ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਪਿਤਾ ਮਹਾਰਾਜ ਜੀਆਂ ਦੇ ਨਾਲ ਘੱਟੋ ਘੱਟ ਵੀ ਤੇ ਕੋਈ 1400 ਦਾ ਜ਼ਿਕਰ ਕਰਦਾ, ਕੋਈ 1100 ਦਾ, ਕੋਈ 1000 ਦਾ, ਪਰ 1000 ਤੋਂ ਉੱਪਰ ਗੁਰੂ ਦਾ ਖਾਲਸਾ ਸੀ। ਪਰ ਚੇਤਾ ਰੱਖਿਓ, ਸਰਸਾ ਪਾਰ ਕਰਨ ਤੋਂ ਬਾਅਦ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਤਾਂ ਕੇਵਲ 40 ਖਾਲਸੇ ਰਹਿ ਗਏ, ਬਾਕੀ ਕੋਈ ਸ਼ਹੀਦੀ ਦਾ ਜਾਮ ਪੀ ਗਏ। ਗੁਰੂ ਕੀ ਸਾਧ ਸੰਗਤ ਜੀ ਕੋ ਸਰਸਾ ਦੀ ਭੇਟ ਪੈਰ ਥੜ ਕੇ ਪਾਣੀ ਰੋੜ ਕੇ ਦੂਰ ਲੈ ਗਿਆ। ਰਾਤ ਦਾ ਹਨੇਰਾ, ਸਰਸਾ ਦਾ ਕੰਢਾ। ਕਹਿਣ ਲੱਗੇ ਕੀਰਤਪੁਰ ਸਾਹਿਬ ਤੋਂ ਜੰਗ ਹੋਣੀ ਸ਼ੁਰੂ ਹੁੰਦੀ ਜੇ। ਇਹ ਗੱਲ ਚੇਤਾ ਰੱਖਿਓ, ਗੁਰੂ ਕੇ ਖਾਲਸਾ ਪੰਥ ਜੀ ਜਿਹੜਾ ਦਿਨ ਆ ਨਾ, ਅੱਜ ਦਾ ਜਿਹੜਾ ਚੜ ਗਿਆ, ਇਹਨਾਂ ਦਿਨਾਂ ਦੇ ਵਿੱਚੋਂ ਹੀ ਗੁਰੂ ਗੋਬਿੰਦ ਸਿੰਘ ਸਾਹਿਬ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਖਾਲਸਾ ਪੰਥ ਸ਼ਹੀਦੀਆਂ ਦਾ ਜਾਮ ਪੀਣਾ ਸ਼ੁਰੂ ਹੋ ਜਾਂਦਾ ਜੇ। ਪਿਛਲਾ ਹਫ਼ਤਾ ਵੀ ਜਿਹੜਾ ਲੰਘਿਆ ਨਾ, ਪਿਛਲੇ ਹਫ਼ਤੇ ਵਿੱਚ ਵੀ ਆਨੰਦਗੜ੍ਹ ਦੇ ਕਿਲੇ ਤੇ ਜੰਗ ਹੁੰਦੀ, ਉਦੋਂ ਵੀ ਗੁਰੂ ਦਾ ਖਾਲਸਾ ਸ਼ਹੀਦ ਹੁੰਦਾ। ਉਦੋਂ ਪਿਛਲੇ ਹਫ਼ਤੇ ਦੇ ਵਿੱਚ ਗੁਰੂ ਕੀ ਸਾਧ ਸੰਗਤ ਜੀ ਜਿਹੜੇ ਰਾਸ਼ਨ ਲੈਣ ਵਾਸਤੇ ਜਾਂਦੇ ਨੇ ਥੱਲੇ, ਉਹਨਾਂ ਵਿੱਚੋਂ ਵੀ ਅੱਧੇ ਸਿੰਘ ਸ਼ਹੀਦੀ ਦਾ ਜਾਮ ਪੀ ਜਾਂਦੇ, ਅੱਧੇ ਸਿੰਘ ਰਾਸ਼ਨ ਲੈ ਕੇ ਦੂਜਿਆਂ ਦੀ ਪੇਟ ਪੂਰਤੀ ਕਰਦੇ। ਬਲਹਾਰੇ ਜਾਵਾਂ ਮੈਂ ਐਸੇ ਖਾਲਸੇ ਦੇ ਜਿਨ੍ਹਾਂ ਨੇ ਢਿੱਡੋਂ ਭੁੱਖੇ ਰਹਿ ਕੇ ਵੀ ਗੁਰੂ ਗੋਬਿੰਦ ਸਿੰਘ ਪਿਤਾ ਮਹਾਰਾਜ ਜੀ ਦੇ ਨਾਲ ਇਹ ਸੇਵਾਵਾਂ ਨਿਭਾਈਆਂ। ਸਾਡੇ ਕੋਲ ਤਾਂ ਖਾਣ ਵਾਸਤੇ ਹੁਣ 36 ਪ੍ਰਕਾਰ ਦੇ ਭੋਜਨ ਆ ਕਿ ਨਹੀਂ ਹੈਗੇ। ਸਾਡੇ ਕੋਲ ਰਹਿਣ ਵਾਸਤੇ ਘਰ ਵਧੀਆ ਨੇ, ਖਾਣ ਵਾਸਤੇ ਭੋਜਨ ਵਧੀਆ ਨੇ, ਆਉਣ ਜਾਣ ਵਾਸਤੇ ਗੱਡੀਆਂ ਵੀ ਸਾਡੇ ਕੋਲ ਵਧੀਆ ਨੇ, ਰਹਿਣ ਵਾਸਤੇ ਘਰ ਵਧੀਆ ਨੇ, ਲੈਣ ਵਾਸਤੇ ਰਜਾਈਆਂ ਤੇ ਕੰਬਲ ਵਧੀਆ ਨੇ। ਪਰ ਫਿਰ ਵੀ ਅੰਮ੍ਰਿਤ ਵੇਲੇ ਉੱਠ ਕੇ ਵਾਹਿਗੁਰੂ ਦਾ ਸ਼ੁਕਰ ਨਹੀਂ ਕਰਦੇ ਅਸੀਂ ਕਿ ਹੈ ਦੇਣ ਵਾਲੇ ਅਕਾਲ ਪੁਰਖ ਤੇਰਾ ਕੋਟ ਕੋਟ ਸ਼ੁਕਰ। ਮੈਂ ਇਸ ਯੋਗਤਾ ਨਹੀਂ ਸਾਂ, ਪਰ ਤੂੰ ਫਿਰ ਵੀ ਮੈਨੂੰ ਇੰਨਾ ਦਿੱਤਾ ਜਿੰਨਾ ਮੈਨੂੰ ਪਤਾ ਨਹੀਂ ਸੀਗਾ। ਮੇਰੀ ਲੋੜ ਤੋਂ ਤੂੰ ਮੈਨੂੰ ਜ਼ਿਆਦਾ ਦੇ ਦਿੱਤਾ।
है देण वाले परमात्मा तेरा शुक्र है। थाली में भोजन भी पिया हुंदा, आपां भोजन छकण तो पहला कदी अरदास नहीं करते है अकाल पुरख मैं तेरा एक बार शुकराना नहीं किया तो फिर भी मैनू भोजन दिता, निरंकार तेरा शुक्र होवे। गुरु के सिखो थाली में भोजन पिया होवे ना, इहनूं अन्न भगवान कहंदे। की कहंदे इहनूं? अन्न भगवान। अन्न भगवान क्योंकि एक भगवान ही है जिहड़ी साडी भुख नूं दूर कर सकता है, होर कोई रीजन नहीं हैगा। महाराज सच्चे पातशाह जी का गुरु का प्यारा खालसा जिन्हों आप कह दें गुरु की साध संगत जी रंगरेटे गुरु के बेटे, जिन्हों का नाम बाबा जीवन सिंह साहब जी करके आउंदा, जेड़े दिल्ली तो श्री गुरु तेग बहादुर साहब महाराज जी का शीश लैके आउंदे ने। ये गुरु पिता दे हजे नाल ने, चेता रखियो बाबा अजीत सिंह साहब ते भाई उदय सिंह साहब जी के मुगल फौजां का टकरा करदे, सरसा का कंडा आ जाता। अज इस गुरुद्वारा साहब का नाम हैगा गुरुद्वारा श्री परवार विछोड़ा साहब। की नाम गुरुद्वारे का? पर ਇਹਦਾ ਜਿਹੜਾ ਪ੍ਰਾਤਨ ਨਾਂ ਸੀ ਨਾ, ਜਦੋਂ ਉੱਥੇ ਗਏ ਅਸੀਂ ਦਰਸ਼ਨ ਕੀਤੇ, ਉੱਥੋਂ ਦੇ ਪਿਆਰੇ ਗੁਰਸਿੱਖਾਂ ਨੂੰ ਮਿਲੇ, ਹਰ ਗ੍ਰੰਥੀ ਸਾਹਿਬਾਨ ਨੂੰ ਮਿਲੇ, ਬਾਣੀ ਪੜ੍ਹਨ ਵਾਲੇ ਸੀ, ਇਤਿਹਾਸ ਨੂੰ ਇਤਿਹਾਸ ਦੇ ਖੋਜੀ ਸੀ। ਉਹ ਦੱਸਦੇ ਸਨ ਇਹਦੇ ਕਿ ਜਿਹੜਾ ਸਭ ਤੋਂ ਪਹਿਲਾ ਨਾਂ ਸੀ ਨਾ ਇਹਦਾ, ਉਹ ਸੀ ਗੁਰਦੁਆਰਾ ਸ੍ਰੀ ਅਟਕ ਸਾਹਿਬ। ਗੁਰਦੁਆਰਾ ਸ੍ਰੀ ਅਟਕ ਸਾਹਿਬ। महाराज सरसा वगदी वाल वेख के इत्थे आशा की वार दा कीर्तन कीता ते महाराज अटके, ਇਹਦਾ नाम अटक साहब सी। विद्वानां ने, सियाणियां ने, सूझवानां ने परिवार के 3 हिस्से होने करके ना ਇਹਦਾ नाम रख दिता परिवार विछोड़ा, क्योंकि परिवार के इत्थे 3 हिस्से हो जाते। अमृत वेला हो जाता ते अमृत वेले महाराज सच्चे पातशाह जी कहते भाई जिहड़ा आ वेला ना ये रब नाल जुड़न दा वेला है। ध्यान दिओ, सरसा चढ़ी होवे मगर फौजां भी चढ़ियां होण, हवा वगदी होवे, ठक्के दा मींह होवे, बलहारे जावां मैं प्यारे प्रीतम गुरु गोबिंद सिंह साहब जी, तो फिर भी सानू उत्थे भी ये गल सिखाई कि सिखा भीड़ जिन्नी मर्जी तेरी जिंदगी दे उत्ते आ जावे पर अमृत वेला तेरी जिंदगी चों चलिया ना जावे किते। कज गया को सतनाम तेरी वाहिगुरू। जदों पिछे जे भैणों गुरसिखो असीं ना मुंबई जाते रहने प्रचार करन वास्ते, किसी प्यारे के घरे भोजन करन गए तो सानू ने एक सवाल कर दिता कि नितनेम कितना क जरूरी आ। अचनचेत साडे दिमाग में गल ना आई, असीं उन्होंने कहा कि सानू 4 तो 5 मिनट चाहिए आ, आओ पहला सिमरन करिए, फिर जो मेरा गुरु मैनूं दसेगा मैं तुहानूं दस दवांगा। जो 10-15 मिनट सिमरन किया असीं चुप होए ते गुरु पिता का ख्याल आ गया कि महाराज चमकौर की कच्ची गली च तेरे पुत्तां दीयां लाशां पईयां तो तां भी नितनेम कीता। ਅਸੀਂ ਉਹਨੂੰ ਕਹਿ ਰਹੇ ਨਿਤਨੇਮ ਇੰਨਾ ਜ਼ਰੂਰੀ ਕਿ ਜਵਾਨ ਪੁੱਤ ਦੀ ਲਾਸ਼ ਵੀ ਘਰ ਪਈ ਹੋਵੇ ਨਾ ਤੂੰ ਤਾਂ ਵੀ ਆਪਣੇ ਪਿਆਰੇ ਦਾ ਨਿਤਨੇਮ ਨਾ ਛੱਡੇ। ਕਹੀ ਗਿਆ ਕੋ ਸਤਨਾਮ ਤੇਰੀ ਵਾਹਿਗੁਰੂ। ਇੰਨਾ ਜ਼ਰੂਰੀ ਨਿਤਨੇਮ ਆ ਸਿੱਖਾ ਤੇਰੀ ਜ਼ਿੰਦਗੀ ਵਾਸਤੇ। ਰੱਬ ਦੀ ਬੰਦਗੀ ਇੰਨੀ ਜ਼ਰੂਰੀ ਕਿ ਆਪਾਂ ਕਰਦੇ ਆ ਕਿ ਅਸੀਂ ਵਾਹਿਗੁਰੂ ਸਵੇਰੇ ਉੱਠ ਕੇ ਕਹਿੰਦੇ ਆ ਜਿਹੜੇ ਦਿਨ ਚੱਲਣ ਡੇ ਨਾ ਤੁਸੀਂ ਕੁਝ ਨਾ ਦਿਓ ਮੇਰੇ ਪਿਆਰਿਆਂ ਨੂੰ, ਤੁਸੀਂ ਕੁਝ ਨਾ ਦਿਓ ਮੇਰੇ ਪਿਆਰੇ ਗੁਰੂ ਕੇ ਸਾਹਿਬਜ਼ਾਦਿਆਂ ਨੂੰ, बस तुसीं उन्हां दी याद विच अमृत वेले उठ के 10 तो 15 मिनट मूल मंत्र ते वाहिगुरू कह दोगे ना, समझ लो कि तुहाडी सच्ची श्रद्धांजलि उन्हां नूं भेट होगी। गज गया को सतनाम जी वाहिगुरू। चेता रखियो भैणो, ये तुहाडे कोल रमाले नहीं मंगदा, ये तुहाडे कोलों गोलक ते पैसे भी नहीं मंगदा, ये तुहाडे कोलों सोने चंदोवे भी नहीं मंगदा, ये ते तुहाडे रसना ते बैठा एक बोल मंगदा भी मैं चाहुंदा कि तेरी रसना ते एक आवाज आ जावे सतनाम श्री वाहिगुरू। क्योंकि इसी आवाज ने तेरी जिंदगी च नवे रंग लैके आने, इसी आवाज ने तेरी विच डिगी हुई सुरत नूं उच्चा चुकना, इसी आवाज ने तेरियां अखां दे विच एक निर्मल नूर लैके आ जाना, इसी आवाज ने तेरी कन्नां दी स्रोत ते तेरे कान मिठे हो जाने, इसी आवाज ने तेरे आने वाले मुंह चों आवाज तू जिन्हों भी बोलेगा बड़े प्रेम ते मिठ बोले ते जी करके बोलेगा, दुनिया तेरी आवाज सुनने नूं तरसेगी कि बोले ते मैं कहदे बोलना तो सुना एक वाहिगुरू दे नाम करके। गज गया को सतनाम श्री वाहिगुरू। अमृत वेला हो गया, बलहारे गलतियां वाले बाबू तू हासा की वार दा कीर्तन कीता, बाणी दा नितनेम कीता, मैं पढ़िया भी है सुनिया भी है। उत्थे कहंदे ने कहंदे खालसिया ने कहता महाराज मगर फौजां चढ़ के आ गईयां, नितनेम करना सरसा पार जाके कर लवांगे, महाराज सच्चे पातशाह जी लंघ जाइए शहीद हो जावांगे इत्थे। ते महाराज जी कहन लगे जब बाणी पढ़दे शहीद हो जाइए ते होर चाहिदा भी की आ। गज गया को सतनाम श्री वाहिगुरू। गुरु साहब जी दा कहण दा सब तो बड़ा मकसद ये सीगा सिखा तेरे उत्ते दुनिया दी जेड़ी मर्जी भीड़ पै जावे
पर तेरी रचना तो करते दा नाम ना विसरे। गज गया को सतनाम श्री हुण तां आपां गड्डियां दे उत्ते लिखाउने आ ना, मेरा रुੱਸੇ ना कलगियां वाला ते जग भावें सारा। मैं कई गड्डियां दे उत्ते ना भाई साहब जी मैं लिखिया पढ़दा ते मैं हस पैना ते मैं सोचदा भी तू लिखिया ते हैगा पर तू उहनूं कदी मनाया ही नहीं। गज गया को सतनाम श्री तू ते दुनिया नूं खुश करन ते लगा, तू अपने परमात्मा नूं ते कदी लिजाया ही नहीं, तू अपने परमात्मा नूं ते कदी खुश ही नहीं कीता है। वैसे सदा ही खुश है। गज गया को सतनाम श्री। पर आपां दे बच्चे आ ना ते बच्चे नूं हमेशा प्यो वर्गा काम करांगे ते प्यो होर खुश होवेगा। मेरा बच्चा मेरे तो मगरों मेरियां ड्यूटियां निभा रहा, मेरे कर्म करता पिया, पंथ दीयां सेवावां कर। तुसीं जिन्ने जिन्ने तुसीं सारे गुरु दे धीआं पुੱਤ जे, गुरु दे लाडले जे, गुरु दे प्रेमी जे। जिन्नी ड्यूटी साडी है ना गुरु के प्रचार करन दी, इन्नी भैणों गुरु भैणों तुहाडी भी ड्यूटी है सिੱਖੀ दा प्रचार करन दी। तुहानूं भी तां ड्यूटी दित्ती सी महाराज ने सिੱਖੀ दा प्रचार करन दी, पर आपां हुण करदे नहीं ना, आलसी हो गए। गज गया को सतनाम श्री। महाराज सच्चे पातशाह जियां ने आशा की वार दे कीर्तन की समाप्ति हुई, अरदास कीती बड़े प्रेम दे नाल। बाबा जीवन सिंह साहब जी नूं क्या जीवन सिया जा जीत सिंह आवाज मार, आपां हुण सरसा पार करनी है। कि उस मौके कहन लगे कि जिस वेले बाबा जीवन सिंह जी जाते पिछे मुड़ के की वेखदे आ, उस थां दे उत्ते बाबा अजीत सिंह जी ते भाई उदय सिंह जी बड़े जोरां नाल वार करदे ने। आखिर की वेखदे कि भाई उदय सिंह साहब दी शहीदी हो जांदी, बाबा अजीत सिंह नूं आवाज मारी जांदी, भाई बाबा अजीत सिंह जी गुरु पिता बुला रहे ने, जाओ सरसा पार करने। बाबा जीवन सिंह साहब जी ने इन्ने युद्ध दे नाल गुरु दा टुकबल लैके जंग कीती, कई मुगलां दे आहू ला दित्ते, सरसा पार होई। हनेरी रात है, इस हनेरी रात दे विच पानी चों पैर चुकिया जावे ना, मुड़ पानी दे वहान च बंदे दा पैर नहीं लगदा। इतना ही कहते पानी दा वहान तेज सीगा ते इस सरसा दे कंढे दे उत्ते गुरु पिता दे परिवार दे नहीं मैं कहंदा हुंदा, मैं ते कहना मेरे परिवार दे 3 हिस्से होए। गज गया को सतनाम श्री वाहिगुरू। गुरु पिता महाराज सच्चे पातशाह जी ने सरबंस भेंट करके ना सानू अपने धीआं पुत्र बनाया सी ते कह दित्ता सीगा इन पुत्रां ने केसी स्वर वार दिए तो चार होए तो क्या भया जीवत कई हजार। महाराज जी ने सानू अपने धीआं पुत्र बनाया सी। की आपां धीआं पुत्र हैं कि नहीं हैगे? कि आपां ओ धीआं पुत्रां वाले गुरु पिता दे काम करदे कि नहीं करदे? गज गया को सतनाम श्री। महाराज सच्चे पातशाह जी सरसा पार कीती, गुरु की साध संगत जी सरसा पार करदियां जिन्नियां फौजां महाराज जी दे नाल सन ये रोपड़ पहुंच गईयां और मकावां जेड़ियां सन वो हरिद्वार दे रस्ते हुंदियां होइयां दिल्ली पहुंच गए। और माता गुजर कौर जी ते छोटे साहिबजादे तुंगे माशकी दी झुग्गी विच ठहराव कर जांदे। गुरु की साध संगत जी चेता करियो ये हनेरी रात है, हनेरी रात में जेड़े खालसे गुरु पिता नूं मिल के विरोध बनी सीगी कि जे कोई विछड़ भी गया तो सिखां दे विचों खालसिਆਂ चों ते कोटला निहंग सिंह दे घर रोपड़ भट्टे ते मिलांगे, एक निशानी दे दित्ती। ते महाराज सच्चे पातशाह जी दे नाम जेड़े सिंह सन गुरु की साध संगत जी उत्थे चले जांदे। जिस वेले चले जांदे ने कोटला निहंग सिंह महाराज सच्चे पातशाह जी दी बहुत सेवा करदा है। मगरों फौजां चलियां जांदियां ते कहन लगे थोड़े समय बाद ही कुछ गुरु के खालसे भाई पवित्र सिंह जी नूं घोड़े ते लद के कोटला निहंग सिंह दे घर ले जांदे। भाई पवित्र सिंह जी जेड़ी हालत है बड़ी गंभीर है, बहुता फटड़ है। तां महाराज सच्चे पातशाह जी दे कोल ये चमकौर दी कच्ची गली दा रहण वाला जिमीदार बुधी चंद आ जांदा। आके तरला पाउंदा महाराज सच्चे पातशाह जी ये जेड़ा रोपड़ दी जगह है ये प्लेन है, आप कृपा करो चमकौर दी कच्ची गली दे विच आप जी चले जाओ। गुरु की साध संगत जी जिस वेले चमकौर दी कच्ची गली च जाण वास्ते बुधी चंद ने तरला पाया, महाराज सच्चे पातशाह जी चमकौर दी कच्ची गली नूं चाले पाउण लगे। कोटला निहंग सिंह ने महाराज जी दे चरण फड़ के तरला पाया, महाराज जी आप कृपा करो मैनूं हुक्म करो मैं आप जी दी होर की सेवा करा। अजे ये मुसलमान है? कज गया को सतनाम श्री। फिर एक कज गया को सतनाम श्री। अजे एक गुरु की साध संगत जी मुसलमान है
प्यारा। पर इसके जेड़े पिता सन दादा सन वो 6वें पातशाह श्री गुरु हरगोबिंद साहिब महाराज जी दे प्रेमी सन, सिख सन। महाराज जी का अदब करते सन, सिੱਖੀ घर में सी है, मुसलमान सी पर सिख भाव जिहड़ी गुरु दी सिख सी ना, गुरु दा सिद्धांत सीगा वो इन्हां दे अंदर सीगा। सिख दा भाव ये नहीं हुंदा कि गुरु की साध संगत जी मैं दस्तार सजाई होवे, दाड़ा बंधा होवे, दाड़ा होवे, बाणा पाया मैं सिख हां। सिख दा मतलब हुंदा है सिੱਖਣ वाला, जिहड़ा गुरु दी बात नूं सिੱਖਦਾ है, गुरु नाल प्रेम करता है। ते कहन लगे महाराज सच्चे पातशाह जी ने बड़े प्रेम दे नाल आख्या, कोटला निहंग सिंह जी ये जिहड़ा भाई बचिੱਤਰ सिंह है ये मेरा पुत्र है, भाव मेरा खास रूप है, सो इसकी सेवा, सो मेरी सेवा। जे तू इसकी सेवा करेगा ना तू समझ ला तू मेरी सेवा कर रही, क्योंकि ये मेरा खास रूप है, ये मेरा क्या कि नहीं क्या महाराज ने खालसा मेरो रूप है खास, खालसे मैं हूँ करुण निवास, खालसा मेरो मुख है अंगा, खालसे के हूँ सद सद संगा, खालसा मेरी जान की जान, खालसा मेरो पिंड प्राण, खालसा मेरो सज्जन सूरा, खालसा मेरो सतगुर पूरा। बलहारे जावा गुरु गोबिंद सिंह पिता महाराज तुहाडे, तुसीं तां खालसे नूं कहता भी मेरा खालसा मेरा पूरा खालसा ही मेरा सतगुरु आ, गज गया को सतनाम तेरी वाहिगुरू। ये गल चेता करियो भैणो, जेड़ा आ स्वरूप है ना, आ स्वरूप जेड़ा इहनूं सतगुरु सच्चे पातशाह ने इत्थों सिखां ने पुछया महाराज आखिर इस स्वरूप दा होर अनवेकड़ापन की आ? महाराज सच्चे पातशाह जी कहंदे ये जेड़ा स्वरूप है ना ये अज तो बाद खालसा होए खुद खुदा, खालसा होए खुद खुदा, ये तुसी खुदा हो, आप तुसी रब हो। इहनूं रब दा स्वरूप सच्चे पातशाह जी ने बख्शिश कीता सीगा। वो गल वखरी कि दस्तार बन के ते दाड़ा रख के ते बाणा पा के इन्हें रब वाले काम नहीं कीते। अज गया तो सतनाम तेरी, इहनूं रब वाले काम करने चाहिए सी, क्योंकि रब सीगा ने, ये रब दा स्वरूप सीगा, जहरा स्वरूप सीगा। महाराज जी ने अपने विच ते खालसे विच ते निरंकार विच एक रंचक नाहीन भेद वाली अवस्था बना दित्ती। जदों पंजां नूं अमृत छकाया ना ते साध संगत जी पंज पैरे सहबाना ने पुछया कि महाराज तुहाडे भी दमाला मेरे भी दमाला, तुहाडे भी चक्कर मेरे भी चक्कर, तुहाडे भी शस्त्र मेरे भी शस्त्र, तुहाडे कमर कस्सा मेरे कमर कस्सा, तुहाडे बाणा मेरे बाणा। महाराज सच्चे पातशाह जी हुण असीं तां तुसीं एक ही हो गए, महाराज हुण फर्क ही रहा। ते महाराज सच्चे पातशाह ने पता ही क्या सीगा, आत्म रस जे जानही, आत्म ਜਦੋਂ ਤੁਸੀਂ ਆਤਮਾ ਦਾ ਰਸ ਮੰਨਣਾ ਸ਼ੁਰੂ ਕਰ ਦਿੱਤਾ, ਅੱਜ ਗਿਆ ਕੋ ਸਤਨਾਮ ਤੇਰੀ ਆਤਮ ਰਸ ਜੇ ਜਾਣਹੀ, ਸੋ ਹੈ ਖਾਲਸ ਦੇਵ ਪ੍ਰਭ में, प्रभु ਵਿੱਚ। फिर महाराज कहते मोह में मेरे ਵਿੱਚ, फिर हथ लाया तास में, रंचक नाहिन भेव, ਉਂਗਲ ਜੁੜ ਜਾਵੇ ਤੇ ਸਮਝ ਲਓ ਭੇਦ ਹੀ ਕੋਈ ਨਹੀਂ। ਅੱਜ ਤੋਂ ਬਾਅਦ ਨਿਰੰਕਾਰ ਵਿੱਚ ਤੇ ਸਾਡੇ ਵਿੱਚ ਤੇ ਖਾਲਸਾ ਜੀ ਤੁਹਾਡੇ ਵਿੱਚ ਮੈਂ ਇੱਕ ਇੰਨਾ ਵੀ ਅੰਤਰ ਨਹੀਂ ਛੱਡਿਆ, ਤੁਸੀਂ ਸਾਖਸ਼ਾਤ ਨਿਰੰਕਾਰ ਦਾ ਹੀ ਰੂਪ ਹੋ। ਅੱਜ ਗਿਆ ਕੋ ਸਤਨਾਮ ਤੇਰੀ ਨਿਹੰਗ ਸਿੰਘ ਜੀ, ਕੋਟਲਾ ਨਿਹੰਗ ਸਿੰਘ ਜੀ ਤੁਸੀਂ ਭਾਈ ਬਚਿੱਤਰ ਸਿੰਘ ਦੀ ਸੇਵਾ ਕਰ ਲਈ, ਸਮਝ ਲਓ ਕਿ ਤੁਸੀਂ ਸਾਡੀ ਸੇਵਾ ਕਰ ਲਈ। महाराज सच्चे पातशाह जी इस तो अगे चले जाते, थोड़ा अगे जाते ने ते भैनों गुरसिखो पिछले बन्ने फौजियां दा एक होर दस्ता आउंदा। ये जिहड़े फौजी सन इन्हां ने कोटला निहंग खान नूं आके पुछया भी निहंग खान कि इधर दी लगदा कि काफर लंघ के गया कि तेरे घर ते नहीं आया? कोटला निहंग खान ने कहा नहीं मेरे घर काफर नहीं आया, मेरे घर काफर नहीं। ਤੁਸੀਂ ਸੋਚੋਗੇ ਪੰਜ ਨਮਾਜ਼ੀ ਹੈ, ਹਾਜੀ ਹੈ, ਬੜੀ ਨਿਮਰਤਾ ਵਾਲਾ ਹੈ, ਇਹਨੇ ਝੂਠ ਮਾਰਿਆ? ਮਾਰਨ ਤਾਂ ਆਏ ਸੀ ਪਰ ਉਹਨਾਂ ਦੀ ਭਾਸ਼ਾ ਕੁਝ ਹੋਰ ਸੀ। ਉਹਨਾਂ ਦੀ ਭਾਸ਼ਾ ਵਿੱਚ ਉਸ ਨੂੰ ਜਵਾਬ ਦਿੱਤਾ, ਉਹ ਕਹਿੰਦੇ ਸੀ ਕਾਫਰ ਤੇ ਨਹੀਂ ਆਇਆ। ਹੁਣ ਮਹਾਰਾਜ ਤਾਂ ਕਾਫਰ ਨਹੀਂ ਸੀ, ਉਹ ਤਾਂ ਖੁਦਾ ਦਾ ਰੂਪ ਸੀ। ਉਹਨੇ ਕਿਹਾ ਨਹੀਂ ਮੇਰੇ ਘਰ ਕੋਈ ਕਾਫਰ ਨਹੀਂ ਆਇਆ, ਤੁਸੀਂ ਅੱਲਾਹ ਦੇ ਬੰਦੇ ਹੋ, ਤੁਸੀਂ ਆਏ ਹੋ। ਉਹਨੇ ਕਿਹਾ ਤਲਾਸ਼ੀ ਲੈਣੀ, ਕਹਿੰਦੇ ਜੀ ਲੈ ਲਓ। ਸਾਰਿਆਂ ਕਮਰਿਆਂ ਦੀ ਤਲਾਸ਼ੀ ਲਈ। एक कमरा बंद सी, उन्होंने खोलन लगे। कोटला निहंग सिंह जी कहन लगे चौधरी साहब इस दरवाजे नूं ना खोलिया जे, इस दरवाजे विच मेरी धी ते मेरा जवाई सुते ने। उस समय उस कमरे दे विच भाई बचिੱਤਰ सिंह जी फट्टड़ सन ते कोटला निहंग खान दी पुत्री मुमताज ओहदी सेवा दे विच लगी सी। इहनूं साइलेंट करो,
ਫਿਰ ਇੱਕ ਰੰਗਾ ਚ ਗਿਆ ਕੋ ਸਤਨਾਮ ਸ੍ਰੀ ਵਾਹਿਗੁਰੂ ਜਿਹਦੇ ਕੋਲ ਮੋਬਾਈਲ ਜੇ ਨਾ ਇਹਦੀ ਸੰਗੀ ਘੁੱਟ ਕੇ ਰੱਖੋ। ਇੱਥੇ ਆਪਸ਼ਨ ਹੁੰਦੀ ਹੈ ਹਨਾ, ਹੁਣ ਥੱਲੇ ਕਰੀਏ ਤੇ ਵੀੜਾ ਜਿਹਾ ਨੱਪੀਏ, ਫਿਰ ਉਹ ਜਿਹੜਾ ਬੋਲਦਾ ਨਹੀਂਗਾ ਵਿੱਚੇ ਕੰਬੀ ਜਾਂਦਾ, ਇਹਨੂੰ ਉਤਰਾ ਕਮਾਓ। ਮੈਂ ਡਿਸਟਰਬ ਹੋਣਾ ਗੱਜ ਗਿਆ ਕੋ ਸਤਨਾਮ ਸ੍ਰੀ ਵਾਹਿਗੁਰੂ ਫਿਰ ਇੱਕ ਰੰਗਾ ਚ ਗਿਆ ਕੋ ਸਤਨਾਮ ਸ੍ਰੀ ਵਾਹਿਗੁਰੂ ਆਪ ਆਪਣੇ ਭਲੇ ਵਾਸਤੇ ਕੋ ਸਤਨਾਮ ਸ੍ਰੀ ਵਾਹਿਗੁਰੂ ਮਮਤਾਜ ਅੰਦਰ ਹੈ। ਕਹਿਣ ਲੱਗੇ ਕਿ ਚਲੇ ਜਾਂਦੇ ਨੇ, ਦਰਵਾਜ਼ਾ ਨਹੀਂ ਖੋਲਦੇ, ਪਰ ਸਾਧ ਸੰਗਤ ਜੀ ਕਿਤੇ ਸਮਾਂ ਹੁੰਦਾ, ਉਹ ਸਮਾਂ ਆਉਣ ਦੇ ਉੱਤੇ ਮਮਤਾਜ ਦਾ ਬਾਪ ਕਹਿੰਦਾ ਬੇਟਾ ਮਮਤਾਜ ਤੂੰ ਜਵਾਨ ਹੈ, ਵਿਆਹੁਣ ਯੋਗ ਹੈ, ਕਿਉਂ ਨਾ ਬੱਚਾ ਤੇਰੇ ਵਾਸਤੇ ਕੋਈ ਚੰਗਾ ਲੜਕਾ ਵੇਖ ਕੇ ਤੇਰਾ ਨਿਕਾਹ ਕਰ ਦਈਏ, ਧੀਓ ਧਿਆਨ ਦਿਓ। ਮਮਤਾਜ ਨੇ ਹੱਥ ਜੋੜ ਕੇ ਆਪਣੇ ਅੱਬੂ ਨੂੰ ਕਿਹਾ ਅੱਬੂ ਜਾਨ ਧੀਆਂ ਵਾਰ-ਵਾਰ ਨਹੀਂ ਵਿਆਹੀ ਦੀਆਂ, ਮੇਰਾ ਨਿਕਾਹ ਤੂੰ ਪੜ੍ਹ ਦਿੱਤਾ ਹੈ। ਉਹਨੇ ਕਿਹਾ ਬੇਟਾ ਤੇਰਾ ਤੇ ਮੈਂ ਨਿਕਾਹ ਨਹੀਂ ਪੜਿਆ ਅੱਬੂ, ਜਿੱਦਣ ਚਿੱਤਰ ਸਿੰਘ ਦੀ ਸੇਵਾ ਵਿੱਚ ਮੈਂ ਲੱਗੀ ਸਾਂ, ਚੌਧਰੀ ਆਇਆ ਸੀ ਤੇ ਤੁਸਾਂ ਕਿਹਾ ਸੀ ਇਸ ਕਮਰੇ 'ਚ ਨਾ ਜਾਇਆ ਜੇ, ਇਸ ਕਮਰੇ 'ਚ ਮੇਰੀ ਧੀ ਤੇ ਮੇਰਾ ਜਵਾਈ ਸੁੱਤੇ ਨੇ। ਅੱਬੂ ਜਦੋਂ ਤੂੰ ਇੰਨੀ ਗੱਲ ਕਹੀ ਸੀ ਨਾ ਧੀ ਤੇ ਜਵਾਈ ਸੁੱਤੇ, ਅੱਬੂ ਮੈਂ ਉਸੇ ਵੇਲੇ ਕਹਿ ਦਿੱਤਾ ਸੀ ਕਬੂਲ ਹੈ ਕਬੂਲ ਹੈ ਕਬੂਲ ਹੈ, ਕਿਉਂਕਿ ਇਸਲਾਮ ਦੇ ਵਿੱਚ 3 ਵਾਰ ਕਹਿ ਦੇਣ ਕਬੂਲ ਹੈ ਕਬੂਲ ਹੈ ਕਬੂਲ ਹੈ ਤੇ ਨਿਕਾਹ ਪੜ ਦਿੰਦੇ ਉਹਨਾਂ ਦਾ। ਅੱਬੂ ਮੈਂ 3 ਵਾਰ ਕਬੂਲ ਕਬੂਲ ਕਹਿ ਕੇ ਮੈਂ ਕਬੂਲ ਕਰ ਲਿਆ ਸੀ ਅੱਬੂ, ਜੇ ਮੈਂ ਅੱਜ ਨਿਕਾਹ ਕਰ ਲਵਾਂ ਅੱਬੂ ਮੈਂ ਸ਼ਹੀਦ ਦੀ ਪਤਨੀ ਨਹੀਂ ਖਵਾ ਸਕਦੀ। ਮਮਤਾਜ ਨੇ ਸਾਰੀ ਜ਼ਿੰਦਗੀ ਵਿਆਹ ਨਹੀਂ ਕਰਾਇਆ, ਦ੍ਰਿੜਤਾ ਦੇ ਵਿੱਚ ਰਹੀ, ਤੇ ਚੇਤਾ ਕਰਿਓ ਜੇ ਉਹਨੇ ਵਿਆਹ ਨਹੀਂ ਨਾ ਕਰਾਇਆ ਤੇ ਜਦੋਂ ਅੱਜ ਦਾ ਦਿਨ ਚੱਲਦਾ ਨਾ ਸ਼ਹੀਦੀ ਸਾਕੇ ਤੇ ਅਸੀਂ ਮਮਤਾਜ ਨੂੰ ਵੀ ਚੇਤੇ ਕਰਦੇ ਆ। ਗੱਜ ਗਿਆ ਕੋ ਸਤਨਾਮ ਸ੍ਰੀ ਵਾਹਿਗੁਰੂ ਤੂੰ ਕੋਟਲਾ ਨਿਹੰਗ ਸਿੰਘ ਦੀ ਨੇਕ ਪੁੱਤਰੀ ਸਾਂ, ਤੂੰ ਸਜਦਾ ਕਰਨ ਵਾਲੀ ਪੁੱਤਰੀ ਸਾਂ, ਤੂੰ ਭਾਈ ਚਿੱਤਰ ਸਿੰਘ ਸਾਹਿਬ ਨਾਲ ਨਿਕਾਹ ਕਰ ਲਿਆ, ਕਬੂਲ ਕਰ ਲਿਆ ਆਪਣਾ ਪਤੀ। ਅੱਜ ਕੌਮ ਤੈਨੂੰ ਇੱਕ ਸ਼ਹੀਦ ਦੀ ਪਤਨੀ ਦੇ ਕੇ ਤੈਨੂੰ ਨਵਾਜਦੀ ਹੈ। ਜਿੱਥੇ ਭਾਈ ਚਿੱਤਰ ਸਿੰਘ ਸਾਹਿਬ ਦਾ ਗੁਰਦੁਆਰਾ ਹੈ, ਚੇਤਾ ਕਰਿਓ ਤੇ ਦਰਸ਼ਨ ਕਰਿਓ ਰੋਪੜ ਜਾ ਕੇ, ਉੱਥੇ ਮਮਤਾਜ ਦੀ ਵੀ ਜਗ੍ਹਾ ਲਾਗੇ ਬਣੀ ਹੈ। ਗੁਰੂ ਕਾ ਸਿੱਖੋ ਜਿੱਥੇ ਭਾਈ ਚਿੱਤਰ ਸਿੰਘ ਦੇ ਸਥਾਨ ਤੇ ਨਮਸਕਾਰ ਕਰਦੇ ਨਾ ਜਾ ਕੇ, ਉੱਥੇ ਮਮਤਾਜ ਦੇ ਚਰਨਾਂ 'ਚ ਵੀ ਨਮਸਕਾਰ ਕਰਦੀ ਆ। ਬਲਹਾਰੀ ਤੋਂ ਤੂੰ ਇੱਕ ਰਾਤ ਸੇਵਾ ਕਰਕੇ ਭਾਈ ਚਿੱਤਰ ਸਿੰਘ ਦੀ ਹੋ ਕੇ ਰਹਿ ਗਈ। ਗੱਜ ਗਿਆ ਕੋ ਸਤਨਾਮ ਤੇਰੀ ਵਾਹਿਗੁਰੂ ਕਹਿਣ ਲੱਗੇ ਮਹਾਰਾਜ ਸੱਚੇ ਪਾਤਸ਼ਾਹ ਜੀ ਚਮਕੌਰ ਦੀ ਕੱਚੀ ਗਲੀ 'ਚ ਹਾਜ਼ਰ ਹੋ ਜਾਂਦੇ। ਸ਼ਾਮਾਂ ਪੈਂਦੀਆਂ, ਕਹਿੰਦੇ ਚਮਕੌਰ ਦੀ ਕੱਚੀ ਗਲੀ ਦੇ ਵਿੱਚ ਜਾ ਕੇ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਸੋਦਰ ਰਹਿਰਾਸ ਜੀ ਦਾ ਜਾਪ ਸ਼ੁਰੂ ਕੀਤਾ। ਸੋਦਰ ਦੀ ਬਾਣੀ ਪੜ੍ਹੀ ਗਈ, ਸਾਰੇ ਸਿੱਖਾਂ ਨੇ ਬਾਣੀ ਨੂੰ ਪੜ੍ਹਿਆ, ਅਰਦਾਸਾ ਕੀਤਿਆ ਗਿਆ। ਮਹਾਰਾਜ ਨੇ ਕਿਹਾ ਹੈ ਨਿਰੰਕਾਰ ਹੈ ਅਕਾਲ ਪੁਰਖ, 4 ਪੈਰ ਦਿਨ ਬੜੇ ਸੁਖਾਂ ਨਾਲ ਬਤੀਤ ਕੀਤਾ, ਅਜੇ ਅਨੰਦਪੁਰ ਸਾਹਿਬ ਛੱਡ ਦਿੱਤਾ। ਮਾਂ ਪਤਾ ਨਹੀਂ ਕਿੱਥੇ ਹੈ, ਛੋਟੇ ਸਾਹਿਬਜ਼ਾਦਿਆਂ ਦਾ ਪਤਾ ਨਹੀਂ ਕਿੱਥੇ ਨੇ, ਮਹਿਲ ਮਾਂ ਪਤਾ ਨਹੀਂ ਕਿੱਥੇ ਨੇ, ਦੋਨੋਂ ਮਹਿਲ। ਪਰ ਗੁਰੂ ਕਾ ਖਾਲਸਾ ਪੰਥ ਸਤਿਗੁਰੂ ਗੁਰੂ ਸਰੂਪ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬੜੇ ਪ੍ਰੇਮ ਚ ਕਹਿੰਦੇ ਨੇ ਹੈ ਨਿਰੰਕਾਰ 4 ਪੈਰ ਦਿਨ ਬੜੇ ਸੁਖਾਂ ਨਾਲ ਬਤੀਤ ਕੀਤਾ। ਰਾਤੜੀ ਆਈ ਸੁਖਾਂ ਨਾਲ ਬਤੀਤ ਕਰਾਉਣੀ, ਫਿਰ ਅੰਮ੍ਰਿਤ ਵੇਲੇ ਦੇ ਜਲ ਨੇ ਬਖਸ਼ਿਸ਼ ਕਰਨੇ। ਬਲਹਾਰੀ ਜਾਵਾਂ ਐਸੇ ਸਤਿਗੁਰੂ ਗੁਰੂ ਪਿਤਾ ਦੇ ਸਾਰੀ ਦਿਹਾੜੀ ਤੁਰੇ ਨੇ, ਢਿੱਡ ਦੇ ਵਿੱਚ ਖਾਣ ਨੂੰ ਕੋਈ ਇੱਕ ਤੀਲਾ ਨਹੀਂ ਹੈਗਾ, ਇੱਕ ਮੁੱਠ ਛੋਲਿਆਂ ਦੀ ਨਹੀਂ ਕੋਲ ਹੈਗੀ। ਫਿਰ ਵੀ ਕਿਹਾ ਮਹਾਰਾਜ ਤੇਰਾ ਸ਼ੁਕਰ ਹੈ 4 ਪੈਰ ਦਿਨ ਬੜੇ ਭਾਣੇ ਨਾਲ ਬਤੀਤ ਕੀਤਾ। ਕੀ ਭੈਣੋ ਗੁਰਸਿੱਖੋ ਕੀ ਤੁਸੀਂ ਅਰਦਾਸ ਕਰਦੇ ਜੇ ਸਵੇਰੇ ਉੱਠ ਕੇ? ਮੈਂ ਕੇਵਲ ਤੇ ਕੇਵਲ ਇਹ ਨਹੀਂ ਕਿ ਸਾਕਾ ਸੁਣਾਉਣਾ ਹੈ, ਮੈਂ ਇਹ ਵੀ ਵੇਖਣਾ ਕਿ ਆਪਾਂ ਸਵੇਰੇ ਉੱਠ ਕੇ ਕਦੀ ਅਰਦਾਸ ਕੀਤੀ ਕਿ ਨਹੀਂ ਕੀਤੀ। ਗੱਜ ਗਿਆ ਕੋ ਸਤਨਾਮ ਸ੍ਰੀ ਆਪ ਜੀ ਸਵੇਰੇ ਉੱਠ ਕੇ ਵਾਹਿਗੁਰੂ ਕਰਕੇ ਨਿਤਨੇਮ ਕਰਕੇ ਕਦੀ ਅਰਦਾਸ ਕੀਤੀ ਕਿ ਮਹਾਰਾਜ 4 ਪੈਰ ਰਹਿਣ ਬੜੇ ਸੁੱਖਾਂ ਨਾਲ ਬਤੀਤ ਕੀਤੀ, ਮਹਾਰਾਜ ਦਿਨ ਚੜ ਗਿਆ ਬੜੇ ਸੁੱਖਾਂ ਨਾਲ ਬਤੀਤ ਕਰਾਇਓ, ਭਲਿਆਂ ਨਾਲ ਮੱਥੇ ਲਾਇਓ, ਗੁਰਮੁਖਾਂ ਨਾਲ ਮੇਲ ਕਰਾਇਓ, ਆਪਣੀ ਸੰਗਤ ਵਿੱਚ ਰੱਖਿਓ, ਮੂੰਹ ਤੋਂ ਵਾਹਿਗੁਰੂ ਸ਼ਬਦ ਦਾ ਜਾਪ ਕਰਾਇਓ, ਮਹਾਰਾਜ ਹੱਥਾਂ ਤੋਂ ਚੰਗੇ ਕਰਮ ਕਰਾਇਓ। ਕੀ ਅਰਦਾਸ ਕੀਤੀ ਅੱਜ ਆਪਾਂ? ਜੇ ਨਹੀਂ ਕੀਤੀ ਤੇ ਕੱਲ ਤੋਂ ਸ਼ੁਰੂ ਕਰੋ। ਗੱਜ ਗਿਆ ਕੋ ਸਤਨਾਮ ਸ੍ਰੀ ਅਰਦਾਸ ਕਰਿਆ ਕਰੋ। ਜਦੋਂ ਤੁਸੀਂ ਅਰਦਾਸ ਕਰਦੇ ਜੇ ਨਾ, 10 ਗੁਰੂ ਸਾਹਿਬਾਨ ਤੁਹਾਡੇ ਘਰ ਹੁੰਦੇ ਨੇ, 5 ਪਿਆਰੇ ਤੁਹਾਡੇ ਘਰ ਹੁੰਦੇ ਨੇ, 4 ਸਾਹਿਬਜ਼ਾਦੇ ਹਾਜ਼ਰ ਹੁੰਦੇ ਨੇ ਅਰਦਾਸ ਦੇ ਵਿੱਚ, 40 ਮੁਕਤੇ ਹਾਜ਼ਰ ਹੁੰਦੇ ਨੇ, ਸ਼ਹੀਦ ਸਿੰਘ ਸਿੰਘਣੀਆਂ ਹਾਜ਼ਰ ਹੁੰਦੀਆਂ ਨੇ। ਤੇ ਜਿਹਦੇ ਘਰ 2 ਵਾਰੀ ਅਰਦਾਸ ਹੋਵੇ, 2 ਵਾਰੀ ਰੂਹਾਂ ਇਕੱਤਰ ਹੋਣ, ਤੁਹਾਡੇ ਘਰ ਸ਼ਹੀਦੀ ਪੈਰੇ ਹੋਣ, ਮਾਨਾ ਸਿੱਖਾ ਦੁਨੀਆ ਦੀ ਹਰ ਨਿਆਮਤ ਗੁਰੂ ਨਾਨਕ ਤੇਰੇ ਪੈਰਾਂ 'ਚ ਧਰ ਦਊਗਾ।
ਵਾਹਿਗੁਰੂ ਅਰਦਾਸ ਤਾਂ ਕਰੋ, ਆਪਾਂ ਨੇ ਕੀਤੀ ਨਹੀਂ ਕਦੀ। ਕੱਜ ਗਿਆ ਕੋ ਸਤਨਾਮ ਜਿਹੜੀ ਵਾਹਿਗੁਰੂ ਕਹਿਣ ਲੱਗੇ, ਫਿਰ ਸੋਦਰ ਦਾ ਜਾਪ ਕੀਤਾ। ਮਹਾਰਾਜ ਸੱਚੇ ਪਾਤਸ਼ਾਹ ਜੀ ਵੀ ਆਪਣੀ ਇੱਕ ਮੌਂਟੀ 'ਚ ਚਲੇ ਜਾਂਦੇ। ਕਹਿੰਦੇ ਜਦੋਂ ਰਾਤ ਪਈ ਤੇ ਗੁਰੂ ਗੋਬਿੰਦ ਸਿੰਘ ਪਿਤਾ ਮਹਾਰਾਜ ਉਸ ਮੌਂਟੀ ਦੇ ਵਿੱਚ ਬੈਠੇ ਨੇ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣਾ ਸਿਰ ਝੁਕਾਇਆ ਹੈ ਤੇ ਸਿਰ ਝੁਕਾ ਕੇ ਆਪਣੇ ਨਿਰੰਕਾਰ ਦੀ ਜੋ ਜਾਤ ਦੇ ਵਿੱਚ ਮੂੰਹ ਦੇ ਵਿੱਚੋਂ ਇੱਕ ਆਵਾਜ਼ ਆਉਂਦੀ ਆ, ਵਾਹਿਗੁਰੂ 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 ਵਾਹਿਗੁਰੂ। ਉਹਦੇ ਸ਼ੁਕਰਾਨੇ ਵਿੱਚ ਕਹੀ ਜਾਂਦੇ ਨੇ, ਤੂੰ ਹੀ ਤੂੰ, ਤੂੰ ਹੀ ਤੂੰ, ਤੂੰ ਹੀ ਤੂੰ, ਵੀ ਜਿੱਧਰ ਦੇਖਦਾ ਤੂੰ ਹੀ ਨਜ਼ਰ ਆਉਣਾ ਹੈ। ਗੱਜ ਗਿਆ ਕੋ ਸਤਨਾਮ ਸ੍ਰੀ ਵਾਹਿਗੁਰੂ ਕਹਿੰਦੇ ਕਿ ਜਦੋਂ ਡੇਢ ਰਾਤ ਲੰਘੀ ਤਾਂ ਜਿਗਰ ਖੁਦਾ ਮੈਂ, ਅੱਧੀ ਰਾਤ ਲੰਘੀ ਤੇ ਜਿਹੜਾ ਜਿਗਰ ਸੀ ਨਾ ਇਹ ਉਹ ਖੁਦਾ ਦੇ ਪ੍ਰੇਮ ਵਿੱਚ ਜੁੜ ਗਿਆ। ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਉੱਠੇ, ਜੋ ਉੱਠ ਕੇ ਬਾਹਰ ਆਏ, ਕੀ ਵੇਖਿਆ ਆਪਣੀਆਂ ਅੱਖਾਂ ਦੇ ਨਾਲ? ਕਈ ਜਿਹੜੇ ਪਿਆਰੇ ਸੀ ਨਾ, ਜਿਹੜੇ ਸਵੇਰ ਦੇ ਥੱਕੇ ਸੀ, ਉਹ ਘੋੜੇ ਦੀ ਕਾਠੀ ਲਾ ਕੇ ਉਹਦਾ ਉਹਦੇ ਕੱਪੜਾ ਸੀ ਨਾ, ਉਹਨੂੰ ਜੀਂਦ ਕਹਿੰਦੇ, ਜੀਂਦ, ਉਹਨੂੰ ਧਰਤੀ ਤੇ ਵਿਛਾ ਕੇ ਉੱਥੇ ਸੌਂ ਗਏ। ਕੋਈ ਮੋਟਾ ਕੰਬਲ ਨਹੀਂ ਹੈਗਾ। ਆਪਾਂ ਤੇ ਮੋਟੇ ਮੋਟੇ ਕੰਬਲ ਲੈ ਕੇ ਸੌਂਦੇ ਆ ਨਾ, ਇਹਨਾਂ ਦਿਨਾਂ 'ਚ ਵੇਖਿਓ ਨਾ, ਜਿਨ੍ਹਾਂ ਦੀ ਕੁਰਬਾਨੀ ਕਰਕੇ ਅੱਜ ਅਸੀਂ ਕੋਠੀਆਂ 'ਚ ਨਜ਼ਾਰੇ ਲੈਂਦੇ ਆ ਨਾ, ਜ਼ਮੀਨਾਂ ਜਾਇਦਾਦਾਂ ਦੇ ਮਾਲਕ ਬਣੇ ਆ, ਅੱਜ ਅਸੀਂ ਉਹਨਾਂ ਨੂੰ ਭੁੱਲ ਹੀ ਗਏ। ਗੱਜ ਗਿਆ ਕੋ ਸਤਨਾਮ ਸ੍ਰੀ ਵਾਹਿਗੁਰੂ। ਉਹਨਾਂ ਦੀ ਬਦੌਲਤ ਅੱਜ ਰਾਜ ਕਰਦੇ ਪਏ ਆਪਾਂ, ਉਹਨਾਂ ਦੀ ਬਦੌਲਤ ਜੀਵਨ ਦਾ ਆਨੰਦ ਮਾਣਦੇ ਪਏ ਆਪਾਂ। ਗੁਰੂ ਕੀ ਸਿੱਖ ਸੰਗਤ ਜੀ, ਮਹਾਰਾਜ ਸੱਚੇ ਪਾਤਸ਼ਾਹ ਜੀ ਉੱਠੇ। ਜਿਹੜੇ ਬੰਦੇ ਖਾਲਸਾ ਸੁੱਤਾ, ਕਿਸੇ ਦੀ ਦਸਤਾਰ ਢਿੱਲੀ ਹੋ ਗਈ, ਲੜ ਖੁੱਲ ਗਿਆ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੁੱਤੇ ਹੋਏ ਸਿੱਖਾਂ ਦੇ ਪੱਲੂ ਠੀਕ ਕੀਤੇ। ਇੱਕ ਦਾ ਦਮਾਲਾ ਖੁੱਲ ਗਿਆ, ਵਾਲ ਖਿਲਰੇ ਨੇ। ਮਹਾਰਾਜ ਸੱਚੇ ਪਾਤਸ਼ਾਹ ਜੀ ਉਹਦੇ ਕੇਸਾਂ ਨੂੰ ਫੜ ਕੇ ਇਸ ਤਰ੍ਹਾਂ ਕਰਕੇ ਕੇਸ ਝਾੜਦੇ ਨੇ। ਉਹ ਕੇਸਾਂ ਦੀ ਖਾਕ ਵੀ ਮਹਾਰਾਜ ਆਪਣੇ ਮੱਥੇ ਤੇ ਲਾਉਂਦੇ ਨੇ, ਕਿਉਂਕਿ ਮੇਰੇ ਇਹ ਖਾਲਸੇ ਦੇ ਕੇਸ ਆ, ਇਹ ਮੇਰੇ ਖਾਲਸੇ ਦੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਚਮਕੌਰ ਦੀ ਗੜੀ 'ਚ ਕੇਸਾਂ ਨੂੰ ਝਾੜ ਕੇ ਮਸਤਕ ਤੇ ਲਾਉਣ, ਤੇ ਆਪਾਂ ਪੱਲਿਓਂ ਪੈਸੇ ਦੇ ਕੇ ਆਪਣੇ ਕੇਸ ਨਾਈ ਨੂੰ ਦੇ ਕੇ ਆ ਜਾਂਦੇ ਆ। ਇਹ ਤੂੰ ਕੇਸ ਰੱਖ ਲਾ। ਸਾਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸਿੱਖੀ ਨਹੀਂ ਚਾਹੀਦੀ। ਸਾਡਾ ਧਰਮੀ ਕੋਈ ਨਹੀਂ ਹੈਗਾ, ਕਿਉਂਕਿ ਸਾਡੇ ਧਰਮ ਦਾ ਪਤਾ ਹੀ ਨਹੀਂ ਕਿ ਮੈਂ ਧਰਮੀ ਆ ਕਿ ਅਧਰਮੀ ਆ। ਗੱਜ ਗਿਆ ਕੋ ਸਤਨਾਮ ਸ੍ਰੀ ਵਾਹਿਗੁਰੂ। ਜ਼ਰੂਰੀ ਨਹੀਂ ਕਿ ਮੈਂ ਚਮਕੌਰ ਦਾ ਪ੍ਰਸੰਗ ਅੱਜ ਪੂਰਾ ਸੁਣਾਵਾਂ। ਇੱਕ ਥਾਂ ਦੇ ਉੱਤੇ ਮੇਰੇ ਵਿਦਿਆ ਦਾਤਾ ਭਾਈ ਪਰਮਜੀਤ ਸਿੰਘ ਖਾਲਸਾ ਜੀ ਤੇ ਸੰਤ ਸਿੰਘ ਮਸਕੀਨ ਜੀ, ਭੈਣੋ ਗੁਰਸਿੱਖੋ ਧਿਆਨ ਦਿਓ, ਕਥਾ ਕਰਨੀ ਸੀ। ਤੇ ਇੱਕ ਛੋਟੀ ਜੀ ਬੱਚੀ ਨੇ ਕਿਹਾ ਕਿ ਮੈਂ ਵੀ 5 ਮਿੰਟ ਟਾਈਮ ਦਿਓ, ਮੈਨੂੰ ਵੀ ਟਾਈਮ ਦਿਓ। ਸੈਕਟਰੀ ਸਾਹਿਬ ਟਾਈਮ ਨਾ ਦੇਣ, ਕਿਉਂਕਿ ਵੱਡੀਆਂ ਸਟੇਜਾਂ ਸਨ। ਭਾਈ ਪਰਮਜੀਤ ਸਿੰਘ ਖਾਲਸਾ ਨੇ ਕਥਾ ਕਰਨੀ ਸੀ, ਸੰਤ ਸਿੰਘ ਮਸਕੀਨ ਜੀ ਨੇ ਕਥਾ ਕਰਨੀ ਸੀ। ਉੱਗੇ ਵਿਦਵਾਨ ਸਨ ਕੌਮ ਦੇ। ਸੰਤ ਸਿੰਘ ਮਸਕੀਨ ਜੀ ਕਹਿੰਦੇ ਜੀ ਮੇਰੇ ਟਾਈਮ ਦੇ ਵਿੱਚੋਂ ਇਸ ਬੱਚੀ ਨੂੰ ਟਾਈਮ ਦੇ ਦਿਓ। ਪਤਾ ਨਹੀਂ ਕਿ ਛੋਟੀ ਜੀ ਬੱਚੀ ਕੀ ਬੋਲ ਜਾਵੇ, ਇਹਨੂੰ ਟਾਈਮ ਦਿਓ। ਛੋਟੀ ਜੀ ਬੱਚੀ ਉੱਠੀ, ਉਹਨੇ ਬੈਠ ਦੇ ਗਾਲੀ ਮੂੰਹ ਕੀਤਾ, 2 ਹੱਥ ਜੋੜੇ ਤੇ ਉਹਨੇ ਬੜੀ ਕੜਕਦੀ ਆਵਾਜ਼ ਵਿੱਚ ਕਿਹਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉਹ ਕਹਿੰਦੀ ਕਿ ਮੇਰੀ ਕਵਿਤਾ ਦਾ ਸੁਰਲੇਖ ਹੈ ਨੀਲਾ ਘੋੜਾ। ਕੀ ਸੁਰਲੇਖ ਸੀਗਾ? ਨੀਲਾ ਨੀਲਾ ਘੋੜਾ। ਬੱਚੀ ਬੋਲਦੀ ਹੈ, ਨੀਲਿਆ ਆਪਣੇ ਸਵਾਰ ਨੂੰ ਲੈ ਕੇ ਫੇਰ ਆ, ਮੈਂ ਤੇਰੇ ਘੋੜੇ ਦੀਆਂ ਵਾਗਾਂ ਫੜਾਂ, ਮੈਂ ਤੈਨੂੰ ਉਹਨਾਂ ਦੇ ਘਰ ਲੈ ਕੇ ਜਾਵਾਂ ਜਿਨ੍ਹਾਂ ਵਾਸਤੇ ਤੂੰ ਆਪਣੇ ਪੁੱਤ ਕੁਰਬਾਨ ਕਰ ਦਿੱਤੇ। ਨੀਲਿਆ ਆ ਆਪਣੇ ਸਵਾਰ ਨੂੰ ਲੈ ਕੇ ਮੈਂ ਉਹਨਾਂ ਦੇ ਘਰ ਲੈ ਕੇ ਜਾਵਾਂ ਜਿਨ੍ਹਾਂ ਵਾਸਤੇ ਤੂੰ 4 ਪੁੱਤ ਕੁਰਬਾਨ ਕਰ ਦਿੱਤੇ। ਨੀਲਿਆ ਆ ਆਪਣੇ ਸਵਾਰ ਨੂੰ ਲੈ ਕੇ ਮੇਰੇ ਬਾਜਾਂ ਵਾਲੇ ਨੂੰ, ਮੇਰਾ ਮਾਲਕ ਘੋੜੇ ਤੇ ਚੜਿਆ ਹੋਵੇਗਾ। ਨੀਲਿਆ ਮੇਰਾ ਮਾਲਕ ਤੇਰੇ ਤੇ ਬੈਠਾ ਹੋਊਗਾ। ਨੀਲਿਆ ਤੇਰੀ ਲਗਾਮ ਮੇਰੇ ਹੱਥ ਵਿੱਚ ਹੋਊਗੀ। ਮੈਂ ਲਗਾਮ ਫੜ ਕੇ ਮੈਂ ਉਹਨਾਂ ਦੀਆਂ ਫਰਿੱਜਾਂ ਵਿਖਾਊਂਗਾ, ਜਿਨ੍ਹਾਂ ਦੀਆਂ ਫਰਿੱਜਾਂ ਦੇ ਵਿੱਚ ਜਿਨ੍ਹਾਂ ਦੀਆਂ ਅਲਮਾਰੀਆਂ 'ਚ ਨਿਤਨੇਮ ਹੋਣਾ ਚਾਹੀਦਾ ਸੀਗਾ, ਅੱਜ ਉਹਨਾਂ ਦੀਆਂ ਘਰ ਦੀਆਂ ਫਰਿੱਜਾਂ 'ਚ ਸ਼ਰਾਬਾਂ ਪਈਆਂ। ਨੀਲਿਆ ਆ ਨੀਲਿਆ ਮੈਂ ਤੈਨੂੰ ਉਹਨਾਂ ਦੀਆਂ ਅਲਮਾਰੀਆਂ ਵਿਖਾਵਾਂ ਜਿਨ੍ਹਾਂ ਦੀਆਂ ਅਲਮਾਰੀਆਂ ਵਿੱਚ ਸੁੰਦਰ ਗੁਟਕੇ ਹੁੰਦੇ ਸੀ ਤੇ ਨਿਤਨੇਮ ਕਰਦੇ ਸੀ, ਅੱਜ ਉਹ ਸ਼ਰਾਬ ਨਾਲ ਢੱਕੀਆਂ ਪਈਆਂ ਨੇ। ਨੀਲਿਆ ਮੈਂ ਤੇਰੀ ਲਗਾਮ ਫੜ ਕੇ ਉਹਨਾਂ ਦੇ ਘਰਾਂ ਵਿੱਚ ਲੈ ਕੇ ਜਾਵਾਂ ਜਿਨ੍ਹਾਂ ਨੇ ਕਦੀ ਆਪਣੀ ਜ਼ਿੰਦਗੀ 'ਚ ਵਾਹਿਗੁਰੂ ਨਹੀਂ ਆਖਿਆ। ਨੀਲਿਆ ਮੈਂ ਤੈਨੂੰ ਉਹਨਾਂ ਘਰਾਂ ਦੇ ਵਿੱਚ ਲੈ ਕੇ ਜਾਵਾਂ
ਜਿਨ੍ਹਾਂ ਦੇ ਘਰ ਵਿੱਚ ਸਿੱਖੀ ਜੜ ਤੋਂ ਹੀ ਮੁੱਕਦੀ ਜਾਂਦੀ। ਕਰ ਗਿਆ ਕੋ ਸਤਨਾਮ ਸ੍ਰੀ ਵਾਹਿਗੁਰੂ ਫਿਰ ਮੈਂ ਪੁੱਛੂੰਗੀ ਆਪਣੇ ਬਾਜਾਂ ਵਾਲੇ ਨੂੰ, ਨੀਲੇ ਦੇ ਸਵਾਰ ਨੂੰ ਪੁੱਛੂੰਗੀ ਮੈਂ ਕਿ ਮਹਾਰਾਜ ਇਹਨਾਂ ਲੋਕਾਂ ਵਾਸਤੇ ਸਿੱਖੀ ਵਾਲੀ ਤੋਂ ਕਰ ਗਿਆ ਕੋ ਸਤਨਾਮ ਸ੍ਰੀ ਕਿ ਬਾਜਾਂ ਵਾਲਿਆ ਬਾਪੂ ਆ ਜਿਹੜੇ ਰੋਜ਼ ਨਾਈ ਦੀ ਦੁਕਾਨ ਤੇ ਜਾ ਕੇ ਕੇਸ ਕਤਲ ਕਰ ਦਿੰਦੇ ਨੇ ਕਿ ਤੂੰ ਇਹਨਾਂ ਵਾਸਤੇ ਪੁੱਤ ਕੁਰਬਾਨ ਕੀਤੇ। ਉਹ ਛੋਟੀ ਜੀ ਬੱਚੀ ਨਾਲੇ ਰੋਂਦੀ ਏ, ਨਾਲੇ ਕਰਲਾਉਂਦੀ, ਨਾਲੇ ਕਹਿ ਜਾਂਦੀ ਆ, ਹੈ ਨੀਲੇ ਦੇ ਸਵਾਰ ਨੀਲਿਆ ਆਪਣੇ ਸਵਾਰ ਨੂੰ ਲੈ ਕੇ ਆ, ਮੈਂ ਲੈ ਕੇ ਜਾਵਾਂ। ਮੈਂ ਮਾਂ ਗੁਜਰੀ ਪੁੱਛਦੀ ਏ, ਨੀ ਧੀਏ ਜਿਹੜੇ ਰਸਤੇ ਤੇ ਤੂੰ ਤੁਰੀ ਜਾਨੀ ਏ ਇਸ ਰਸਤੇ ਤੇ ਸਿੱਖੀ ਮੁੱਕ ਜਾਂਦੀ ਏ। ਧੀਏ ਤੂੰ ਨਾ ਜਾ ਆਪਣੇ ਕੇਸਾਂ ਨੂੰ ਕਤਲ ਕਰਨ ਵਾਸਤੇ। ਧੀਏ ਜਦੋਂ ਤੂੰ ਆਪਣੇ ਕੇਸਾਂ ਨੂੰ ਕਤਲ ਕਰਨ ਜਾਂਦੀ ਆ ਨਾ, ਉਦੋਂ ਤੂੰ ਸਾਹਿਬਜ਼ਾਦਿਆਂ ਦੇ ਸਰੀਰਾਂ ਦੇ ਉੱਤੋਂ ਦੀ ਲੰਘ ਕੇ ਜਾਂਦੀ। ਮੈਂ ਪੁੱਛੂੰਗੀ ਆਪਣੇ ਨੀਲੇ ਦੇ ਸਵਾਰ ਨੂੰ, ਇਹਨਾਂ ਲੋਕਾਂ ਵਾਸਤੇ ਤੂੰ ਆਪਣੇ ਪੁੱਤ ਕੁਰਬਾਨ ਕਰ ਗਿਆ ਜਿਹੜੇ 300 ਸਾਲਾਂ ਦੇ ਵਿੱਚ ਹੀ ਤੈਨੂੰ ਭੁੱਲ ਗਏ। ਗੱਜ ਗਿਆ ਕੋ ਸਤਨਾਮ ਤੇਰੀ। ਇਹਨਾਂ ਵਾਸਤੇ ਕੁਰਬਾਨੀ ਦਿੱਤੀ ਹੋ ਜਿਨ੍ਹਾਂ ਦੇ ਘਰਾਂ ਵਿੱਚ ਸ਼ਰਾਬਾਂ ਦੇ ਢੇਰ ਲੱਗੇ। ਇਹਨਾਂ ਵਾਸਤੇ ਕੁਰਬਾਨੀ ਕੀਤੀ ਹੋ ਜਿਨ੍ਹਾਂ ਨੇ ਪੱਲਿਓਂ ਪੈਸੇ ਦੇ ਕੇ ਆਪਣੇ ਕੇਸ ਨਾਈ ਨੂੰ ਵੇਚ ਆਏ, ਦੇ ਆਏ। ਨੀਲਿਆ ਆ ਮੈਂ ਤੇਰੀ ਲਗਾਮ ਫੜ ਕੇ ਮੈਂ ਤੈਨੂੰ ਘਰ ਲੈ ਕੇ ਜਾਵਾਂਗੀ, ਵੇਖ ਤੇਰੀ ਸਿੱਖੀ ਕਿੱਥੇ। ਨੀਲਿਆ ਆ ਮੈਂ ਲਗਾਮ ਫੜ ਕੇ ਲੈ ਕੇ ਜਾਵਾਂ, ਵੇਖਾਂ ਤੇ ਸਹੀ ਕਿਹੜਾ ਅੰਮ੍ਰਿਤ ਵੇਲੇ ਉੱਠ ਕੇ ਕੋਈ ਤੇਰਾ ਜਾਪ ਕਰਦਾ ਕਿ ਨਹੀਂ ਕਰਦਾ। ਗੱਜ ਗਿਆ ਕੋ ਸਤਨਾਮ ਤੇਰੀ। ਕਹਿਣ ਲੱਗੇ ਮਸਕੀਨ ਜੀ ਨੇ ਉਸ ਬੱਚੀ ਨੂੰ ਬਹੁਤ ਸਤਿਕਾਰ ਦਿੱਤਾ, ਬੜਾ ਪ੍ਰੇਮ ਦਿੱਤਾ ਕਿ ਉਹ ਜਿਹੜੀ ਬਜ਼ੁਰਗ ਮਾਤਾ ਗੁਜਰ ਕੌਰ ਜੀ ਉਹ ਤਰਲਾ ਪਾਉਂਦੀ ਹੈ, ਧੀਓ ਤੁਹਾਡੇ ਗਾੜੀ ਹੱਥ ਜੋੜ ਕੇ, ਨੀਤ ਕਮਲੀਏ ਆਪਣੀ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾ। ਵੇਖ ਖੰਨੀ ਰੋਟੀ ਤੇ ਗੁਜ਼ਾਰਾ ਕਰਨ ਵਾਲੀਆਂ, ਵੇਖ ਬੱਚਿਆਂ ਦੇ ਟੋਟੇ ਕਰਵਾ ਕੇ ਗਲਾਂ 'ਚ ਹਾਰ ਪਾਉਣ ਵਾਲੀਆਂ, ਵੇਖ ਸਿਦਕ ਨਿਭਾਉਣ ਵਾਲੀਆਂ, ਵੇਖ ਜੇ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਲਾਡਲੀ ਤੇ ਯੋਧੇ ਨੂੰ ਪੈਦਾ ਕਰਨਾ ਹੀ, ਫਿਰ ਨਾ ਆਪਣੇ ਕੇਸਾਂ ਦੀ ਬੇਅਦਬੀ ਕਰ। ਚੱਲ ਗੁਰਦੁਆਰੇ ਗੁਰੂ ਕੋਲੋਂ ਭੁੱਲ ਖਿਮਾ ਮੰਗ ਕੇ ਫਿਰ ਗੁਰੂ ਦੇ ਕੋਲ ਜਾ ਕੇ ਠੰਡੇ ਦੀ ਪੌੜ ਛਾ ਕੇ ਗੁਰੂ ਵਾਲੀ ਬਣ ਕੇ ਆਪਣਾ ਜਨਮ ਸਵਾਰ, ਨਹੀਂ ਤੇ ਦੁਨੀਆ ਤੋਂ ਖਾਲੀ ਹੱਥ ਚਲੀ ਜਾਵੇਗੀ। ਕੁਝ ਨਹੀਂ ਮਿਲਣਾ ਇਸ ਲੋਕ ਦੇ ਉੱਤੇ ਮੈਨੂੰ ਤੇ ਤੁਹਾਨੂੰ, ਜੇ ਅਸੀਂ ਉਹਦੇ ਪ੍ਰੋਪਰ ਨਾ ਬਣ ਸਕੇ ਤੇ। ਗੱਜ ਗਿਆ ਕੋ ਸਤਨਾਮ ਸ੍ਰੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਪਿਤਾ ਮਹਾਰਾਜ ਜੀ ਨੇ ਸਿੱਖ ਦੇ ਕੇਸਾਂ ਨੂੰ ਝਾੜ ਕੇ ਉਹਦੀ ਖਾਕ ਲਈ, ਮਸਤਕ ਨੂੰ ਲਾਏ, ਉਹਦੇ ਸਿਰ ਦੇ ਉੱਤੇ ਦੁਬਾਰਾ ਦਸਤਾਰ ਬਣੀ। ਕਿਸੇ ਦਾ ਕਮਰ ਕੱਸਾ ਖੁੱਲ ਜਾਂਦਾ, ਮੇਰਾ ਬਾਪੂ ਕਿਸੇ ਦੇ ਕਮਰ ਕੱਸੇ ਕਰਦਾ। ਲੰਘਦਿਆਂ ਕੀ ਵੇਖਿਆ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਾਹਿਬਜ਼ਾਦੇ ਲੰਮੇ ਪਏ ਨੇ ਤੇ ਮਹਾਰਾਜ ਜੀ ਨੂੰ ਉਥੋਂ ਲੰਘਣਾ ਥੋੜਾ ਮੁਸ਼ਕਲ ਹੋਇਆ। ਗੱਜ ਗਿਆ ਕੋ ਸਤਨਾਮ ਸ੍ਰੀ ਗੁਰੂ ਗੋਬਿੰਦ ਸਿੰਘ ਪਿਤਾ ਮਹਾਰਾਜ ਜੀ ਲੰਘਦੇ ਜਦੋਂ ਕੋਲੋਂ ਦੀ ਲੰਘੇ ਕਿਸੇ ਪਿਆਰੇ ਦੀ ਗਰਦਨ ਚੁੰਮ ਲਈ। ਗੱਜ ਗਿਆ ਕੋ ਸਤਨਾਮ ਸ੍ਰੀ ਮਸਤਕ ਚੁੰਮਿਆ। ਚੂਮਾ ਕਵੀ ਹਲਕੂਮ ਤੋ ਦਾਹਨ ਚੂਮਨੇ ਬੈਠੇ। ਹਲਕੂਮ ਕਹਿੰਦੇ ਮਸਤਕ ਨੂੰ ਚੁੰਮਿਆ। ਬਾਜਾ ਵਾਲੇ ਨੇ ਸੁੱਤੇ ਪਏ ਖਾਲਸੇ ਦਾ ਮੱਥਾ ਚੁੰਮਿਆ, ਫਿਰ ਹੱਥ ਚੁੰਮ ਲਿਆ। ਇੱਥੋਂ ਤੱਕ ਛੱਡੋ ਜਦ ਮਾਰ ਕਹਿੰਦੇ ਅੱਲਾ ਯਾਰ ਖਾਨ ਜੋਗੀ ਕਹਿੰਦਾ ਕਿ ਜਦੋਂ ਪਾਇੰਦੀ ਬੈਠੇ, ਪਾਇੰਦੀ ਮੈਨੇ ਪੈਰਾਂ ਵਾਲੇ ਬੰਨੇ, ਜਦੋਂ ਪੈਰਾਂ ਵਾਲੇ ਬੰਨੇ ਆ ਕੇ ਬੈਠੇ ਨਾ ਤਾਂ ਪਾਇੰ ਚੁੰਮਣੇ ਬੈਠੇ। ਮਾਰਨੇ ਸੁੱਤੇ ਪਏ ਸਿੱਖ ਦੇ ਪੈਰ ਵੀ ਚੁੰਮ ਲਏ। ਲਾਗੇ ਬੈਠੇ ਨੇ ਉੱਠ ਕੇ ਕਿਹਾ ਮਹਾਰਾਜ ਤੁਸੀਂ ਮਸਤਕ ਚੁੰਮਿਆ, ਮੈਂ ਵੇਖਦਾ ਰਿਹਾ। ਮਹਾਰਾਜ ਹੱਥ ਚੁੰਮਿਆ, ਮੈਂ ਵੇਖਦਾ ਰਿਹਾ। ਮਹਾਰਾਜ ਹੱਦ ਹੋ ਗਈ, ਤੁਸੀਂ ਪੈਰ ਵੀ ਚੁੰਮ ਲਏ। ਗੁਰੂ ਗੋਬਿੰਦ ਸਿੰਘ ਪਿਤਾ ਮਹਾਰਾਜ ਜੀ ਕਹਿਣ ਲੱਗੇ ਮਸਤਕ ਚੁੰਮਿਆ, ਸਵੇਰੇ ਇਸਨੇ 10 ਲੱਖ ਦੇ ਸਾਹਮਣੇ ਜਾਣਾ। ਗੱਜ ਗਿਆ ਕੋ ਸਤਨਾਮ ਸ੍ਰੀ ਹੱਥ ਚੁੰਮੇ ਇਸ ਕਰਕੇ, ਇਸ ਹੱਥ ਨਾਲ ਇਹਨੇ ਸਵਾ ਲੱਖ ਨਾਲ ਲੜਨਾ। ਪੈਰ ਤਾਂ ਚੁੰਮਿਆ, ਕੱਲ ਇਹਨੇ ਹਿਰਨਾ ਵਾਂਗ ਚੁੰਗੀਆਂ ਮਾਰ ਕੇ ਮੈਦਾਨੇ ਜੰਗ ਦੇ ਵਿੱਚ ਜੰਗ ਕਰਨਾ। ਇਹਦੇ ਨਾਲ ਹਰ ਥਾਂ ਦੇ ਵਿੱਚ ਸ਼ਕਤੀ ਭਰ ਦਿੱਤੀ। ਗੱਜ ਗਿਆ ਕੋ ਸਤਨਾਮ ਸ੍ਰੀ ਮਹਾਰਾਜ ਸੱਚੇ ਪਾਤਸ਼ਾਹ ਜੀ ਬਲਹਾਰੇ ਜਾਵਾਂ ਗੁਰੂ ਗੋਬਿੰਦ ਸਿੰਘ ਸਾਹਿਬ ਪਿਤਾ ਜੀ ਦੇ ਅੰਮ੍ਰਿਤ ਵੇਲਾ ਫਿਰ ਹੋ ਗਿਆ। ਅੰਮ੍ਰਿਤ ਵੇਲੇ ਮਹਾਰਾਜ ਜੀ ਨੇ ਫਿਰ ਆਸਾ ਕੀ ਵਾਰ ਦਾ ਦੀਵਾਨ ਸਜਾ ਦਿੱਤਾ। ਫਿਰ ਨਿਤਨੇਮ ਦੀਆਂ ਬਾਣੀਆਂ ਪੜੀਆਂ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਖਾਲਸਿਆਂ ਨੇ ਜਕਾਰਾ ਛੱਡ ਦਿੱਤਾ। ਦਿਨ ਦੀ ਚੜਾਈ ਹੋ ਗਈ। ਧੌਂਸਿਆਂ ਦੇ ਉੱਤੇ ਨਗਾਰੇ ਵੱਜਣੇ ਸ਼ੁਰੂ ਹੋ ਗਏ। ਧੌਂਸੇ ਵੱਜ ਗਏ, ਨਰਸਿੰਗੇ ਵੱਜ ਗਏ। ਜੰਗ ਦਾ ਐਲਾਨ ਹੋ ਗਿਆ। ਪਹਾੜੀ ਰਾਜਪੂਤ ਰਾਜੇ ਗੁਰੂ ਕੀ ਸਾਧ ਸੰਗਤ ਜੀ ਕੋਈ 10 ਲੱਖ ਫੌਜ ਮੂੰਹ ਨਾ ਕਹਿਣ ਹੁੰਦੀ ਆ, ਮੂੰਹ ਨਾ ਕਹਿਣ। ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਕਹਿੰਦੇ ਨੇ ਔਰੰਗਜ਼ੇਬ ਤੇਰੇ 10 ਲੱਖ ਉਹ ਵੀ ਰੱਜੇ, ਮੇਰੇ 40
ਉਹ ਵੀ ਕਈ ਦਿਨਾਂ ਦੇ ਭੁੱਖੇ। ਕੀ ਮੁਕਾਬਲਾ ਆ ਇਹਨਾਂ 40 ਨਾਲ ਤੇ 10 ਲੱਖ ਦੇ ਨਾਲ। ਗੁਰੂ ਕੀ ਸਾਧ ਸੰਗਤ ਜੀ, ਇੱਕ ਬੰਨੇ ਉਹ ਸਨ ਜਿਹੜੇ ਕਹਿੰਦੇ ਸੀ ਜਾਨ ਬਚਾ ਕੇ ਲੜੋ, ਇੱਕ ਬੰਨੇ ਉਹ ਸੀ ਜਿਹੜੇ ਕਹਿੰਦੇ ਸੀ ਜਿੰਨਾ ਚਿਰ ਜਾਨ ਹੈ ਉਹਨਾਂ ਚਿਰ ਲੜੋ। ਇਹ ਸਨ ਗੁਰੂ ਕੇ ਪਿਆਰੇ। ਕਹਿ ਲਗੇ ਦਿਨ ਦੀ ਚੜਾਈ ਹੋ ਗਈ, ਜੰਗ ਸ਼ੁਰੂ ਹੋ ਗਈ। ਮੁਗਲ ਤੀਰ ਚਲਾਉਂਦੇ ਨੇ, ਗੜੀ ਤੱਕ ਨਹੀਂ ਆਉਂਦੇ। ਖਾਲਸਾ ਚਲਾਉਂਦਾ ਹੈ, ਮੁਗਲਾਂ ਨੂੰ ਵੱਜਦਾ ਹੈ, ਸ਼ਹੀਦੀ ਦਾ ਜਾਮ ਪੀਂਦੇ ਜਾਂਦੇ। ਗੁਰੂ ਕੀ ਸਿੱਖ ਸੰਗਤ ਜੀ, ਇਹਨਾਂ ਨੇ ਵਿਉਂਤ ਲਾਈ ਕਿਉਂ ਨਾ ਕੱਚੀ ਕੜੀ ਦੇ ਉੱਤੇ ਪੌੜੀ ਲਾ ਕੇ ਚੜਿਆ ਜਾਵੇ। ਕਹਿੰਦੇ ਨਾਥ ਖਾਨੇ ਪੌੜੀ ਲਾਈ, ਪੌੜੀ ਲਾ ਕੇ ਕਿਲੇ ਦੀ ਕੰਧ ਤੇ ਗੜੀ ਦੇ ਕੰਧ ਉੱਤੇ ਚੜਨ ਲੱਗੇ। ਖਾਲਸਿਆਂ ਨੇ ਕਿਹਾ ਮਹਾਰਾਜ ਇੱਕ ਫੌਜਾਂ ਦਾ ਜਰਨੈਲ ਨਾਥ ਖਾਨ ਪੌੜੀ ਲਾ ਕੇ ਚੜਦਾ ਹੁੰਦਾ। ਮਹਾਰਾਜ ਕਹਿੰਦੇ ਕੋਈ ਗੱਲ ਨਹੀਂ, ਇਹਨੂੰ ਉੱਤੋਂ ਤੱਕ ਆਉਣ ਦਵੋ, ਫਿਰ ਇਹਦਾ ਆਦਰ ਮਾਣ ਕਰਦੇ। ਕਹਿਣ ਲੱਗੇ ਜਦੋਂ ਸਿਰ ਤਾਂ ਚੁੱਕਿਆ ਨਾ, ਮਹਾਰਾਜ ਸੱਚੇ ਪਾਤਸ਼ਾਹ ਨੇ ਤੰਦੀ ਦੇ ਤੀਰ ਚਾੜ ਕੇ ਛੱਡਿਆ, ਇਸ ਮਸਤਕ ਤੇ ਵੱਜਿਆ, ਇਹ ਦੋ ਫਾੜ ਕਰ ਦਿੱਤਾ, ਧਰਤੀ ਤੇ ਡਿੱਗਾ, ਮੌਤ ਹੋ ਗਈ। ਉਸ ਤੋਂ ਬਾਅਦ ਫਿਰ ਇੱਕ ਪਠਾਨ ਚੜਦਾ ਜਰਨੈਲ, ਮਹਾਰਾਜ ਸੱਚੇ ਪਾਤਸ਼ਾਹ ਦਾ ਖਾਲਸਾ ਗੁਰਜ ਮਾਰਦਾ, ਸਿਰ 'ਚ ਗੁਰਜ ਨਾਲ ਮੌਤ ਕਰਦਾ। ਤੀਜਾ ਚੜਨ ਲੱਗਦਾ ਹੈ। ਦੋ ਸੂਰਮਿਆਂ ਨੂੰ ਡਿੱਗਿਆ ਵੇਖ ਕੇ ਜਿਹੜਾ ਖਵਾਜਾ ਮਹਿਮੂਦ ਅਲੀ ਸੀ, ਉਹ ਕੱਚੀ ਗੜੀ ਦੇ ਨਾਲ ਆਪਣੀ ਫੌਜ ਵਿੱਚ ਦੌੜ ਜਾਂਦਾ। ਮਹਾਰਾਜ ਸੱਚੇ ਪਾਤਸ਼ਾਹ ਜੀ ਜਫਰਨਾਮੇ ਵਿੱਚ ਵੀ ਲਿਖਦੇ ਨੇ, ਕਹਿੰਦੇ ਔਰੰਗਜ਼ੇਬ ਤੇਰੇ ਦੋ ਜਰਨੈਲ ਸੂਰਮਿਆਂ ਵਾਂਗੂ ਲੜੇ। ਮੇਰੇ ਮਹਾਰਾਜ ਸੂਰਮਿਆਂ ਦੀ ਕਦਰ ਕਰਦੇ ਸੀ। ਦੋ ਜਰਨੈਲ ਤੇਰੇ ਸੂਰਮਿਆਂ ਵਾਂਗ ਲੜੇ। ਤੇਰਾ ਖਵਾਜਾ ਮਹਿਮੂਦ, ਮੈਂ ਮਹਿਮੂਦ ਨਹੀਂ, ਮੈਂ ਉਸਨੂੰ ਮਰਦੂਦ ਕਵਾਂਗਾ, ਬੁਜਦਲ ਕਵਾਂਗਾ, ਕਾਇਲ ਕਵਾਂਗਾ। ਉਹ ਬੁਜਦਲ ਤੇ ਕਾਇਲ ਜੇ ਉਹ ਵੀ ਸਾਹਮਣੇ ਆ ਜਾਂਦਾ ਤੇ ਇੱਕ ਤੀਰ ਮੈਂ ਉਹਨੂੰ ਵੀ ਬਖਸ਼ਿਸ਼ ਕਰ ਦਿੰਦਾ। ਬਖਸ਼ਿਸ਼ ਮਹਾਰਾਜ ਮਾਰਦੇ ਨਹੀਂ ਕਿਸੇ ਨੂੰ ਵੀ। ਭੈਣਾਂ ਗੁਰਸਿੱਖੋ, ਮਹਾਰਾਜ ਤਾਂ ਬਖਸ਼ਿਸ਼ ਕਰਦੇ ਨੇ, ਕਿਉਂਕਿ ਸਤਿਗੁਰੂ ਦਾ ਕਿਸੇ ਨਾਲ ਕੋਈ ਵੈਰ ਨਹੀਂ ਹੈਗਾ। ਨਾ ਸਤਿਗੁਰੂ ਸਭਨਾਂ ਦਾ ਭਲਾ ਮਨਾਏਗਾ। ਸਤਿਗੁਰੂ ਤਾਂ ਸਾਰਿਆਂ ਦਾ ਭਲਾ ਹੀ ਮਨਾਉਂਦਾ ਹੈ। ਪਰ ਗੁਰੂ ਸਾਹਿਬ ਪਿਤਾ ਮਹਾਰਾਜ ਜੀਆਂ ਦਾ ਇਹ ਟੀਕਾ ਸੀਗਾ, ਮੈਂ ਸੰਤਾਂ ਨੂੰ ਚੁੱਕਣਾ ਹੈ ਤੇ ਦੁਸ਼ਟਾਂ ਨੂੰ ਖਤਮ ਕਰਨਾ। ਸੱਚੇ ਪਾਤਸ਼ਾਹ ਜੀ ਦਾ ਕਿਸੇ ਧਰਮ ਨਾਲ ਵੈਰ ਨਹੀਂ ਸੀਗਾ। ਜੇ ਵੈਰ ਸੀਗਾ ਤੇ ਬੁਰਾਈ ਦੇ ਨਾਲ ਸੀਗਾ ਤੇ ਉਹ ਅੱਜ ਵੀ ਆ। ਗੱਜ ਗਿਆ ਕੋ ਸਤਨਾਮ ਸ੍ਰੀ ਗੁਰਬਾਣੀ ਪੜਾਂਗੇ ਬੁਰਾਈ ਮੁੱਕੂਗੀ, ਗੁਰੂ ਬਾਣੀ ਪੜਾਂਗੇ ਬੁਰਾਈ ਮੁੱਕੂਗੀ। ਅੱਜ ਵੀ ਗੁਰਬਾਣੀ ਦਾ ਵੈਰ ਜਿਹੜਾ ਨਾ ਸਾਡੀ ਬੁਰਾਈ ਨਾਲ ਹੀ ਹੈ। ਜਦੋਂ ਗੁਰਬਾਣੀ ਪੜਾਂਗੇ ਬੁਰਾਈ ਮੁੱਕ ਜਾਊਗੀ, ਚੰਗਿਆਈ ਆ ਜਾਊਗੀ, ਗੁਰੂ ਦੇ ਘਰ ਸਾਡਾ ਆਚਰਣ ਉੱਚਾ ਹੋ ਜਾਊਗਾ, ਮਹਾਰਾਜ ਕਬੂਲ ਕਰ ਲੈਣਗੇ। ਗੱਜ ਗਿਆ ਕੋ ਸਤਨਾਮ ਸ੍ਰੀ ਕਹਿਣ ਲੱਗੇ ਜੰਗ ਜਿਹੜੀ ਚੱਲਦੀ ਰਹੀ, ਆਖਰ ਗੁਰੂ ਕੇ ਖਾਲਸਾ ਪੰਥ ਕਹਿਣ ਲੱਗੇ ਕਿ ਜਿਹੜਾ ਤੀਰਾਂ ਦੀ ਵਰਖਾ ਕਰਦੇ ਕਰਦੇ ਤੀਰ ਥੋੜੇ ਸੀ ਮੁੱਕਣੇ ਸ਼ੁਰੂ ਹੋ ਗਏ। ਖਾਲਸਾ ਪੰਥ ਨੇ ਕਿਹਾ ਮਹਾਰਾਜ ਹੁਣ ਸਮਾਂ ਆ ਗਿਆ ਇਸ ਚਮਕੌਰ ਦੀ ਕੱਚੀ ਗੜੀ ਦੇ ਵਿੱਚ ਜਾ ਕੇ ਸ਼ਹੀਦੀ ਦਾ ਜਾਮ ਪੀਣ ਦਾ। ਕਹਿਣ ਲੱਗੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਆਗਿਆ ਲੈ ਕਰਕੇ ਪਹਿਲਾ ਜਥਾ 8 ਸਿੰਘਾਂ ਦਾ ਜਾਂਦਾ ਹੈ ਬਲਾਨੇ ਜੰਗ ਵਿੱਚ। ਗਹਿ ਵਿੱਚ ਜੰਗ ਹੁੰਦੀ ਹੈ, ਇੱਕ ਖਾਲਸਾ ਇੱਥੇ ਜੋ ਪ੍ਰਤੱਖ ਬੋਲ ਸੀ ਨਾ, 1.25 ਲੱਖ ਸੇ ਏਕ ਲੜਾਓ ਤਬੈ ਗੋਬਿੰਦ ਸਿੰਘ ਨਾਮ ਕਹਾਉ। ਇਹ ਚਮਕੌਰ ਦੀ ਕੱਚੀ ਗੜੀ ਦੇ ਵਿੱਚ ਪ੍ਰਸਿੱਧ ਹੋ ਗਿਆ। ਇੱਕ ਸਿੱਖ ਖਾਲਸਾ 1.25 ਲੱਖ ਦੇ ਨਾਲ ਇਸ ਮੈਦਾਨੇ ਜੰਗ ਵਿੱਚ ਲੜਿਆ। ਘੋੜਿਆਂ ਦੀਆਂ ਟਾਪਾਂ ਦੇ ਨਾਲ ਜਿਹੜੀ ਧੂੜੀ ਉੱਡਦੀ ਸੀ ਨਾ, ਇੰਨੀ ਜੰਗ ਹੋਈ, ਲਹੂ ਤੇ ਮਿੱਝ ਦਾ ਚਿੱਕੜ ਹੋ ਗਿਆ। ਗੁਰੂ ਕੀ ਸਾਧ ਸੰਗਤ ਜੀ, ਧੂੜੀ ਉੱਡਣੀ ਬੰਦ ਹੋ ਗਈ। ਕਹਿਣ ਲੱਗੇ ਘੋੜੇ ਦੇ ਸੁੰਮ ਜਿਹੜੇ ਸੀ ਨਾ, ਸੁੰਮ ਗਿੱਟੇ ਪੈਰ, ਇਹ ਖੂਨ ਤੇ ਮਿੱਝ ਨਾਲ ਜਿਹੜੇ ਸੀਗੇ ਭਿੱਜਣੇ ਸ਼ੁਰੂ ਹੋ ਗਏ। ਇੰਨੀ ਜੰਗ ਹੁੰਦੀ ਆ। ਗੁਰੂ ਕੀ ਸਾਧ ਸੰਗਤ ਜੀ ਫਿਰ ਦੂਸਰਾ ਜਥਾ ਜਾਂਦਾ, ਉਹ ਵੀ ਸ਼ਹੀਦੀ ਦਾ ਜਾਮ ਪੀ ਜਾਂਦਾ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਲਾਡਲੇ ਸੁਪੁੱਤਰ ਬਾਬਾ ਅਜੀਤ ਸਿੰਘ ਸਾਹਿਬ ਜੀ ਕਹਿੰਦੇ ਮਹਾਰਾਜ ਮੈਨੂੰ ਵੀ ਮੈਦਾਨੇ ਜੰਗ ਵਿੱਚ ਭੇਜੋ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ ਤਿਆਰ ਹੋਵੋ। ਤਿਆਰ ਹੋਏ। ਉਸ ਮੌਕੇ ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ, ਭਾਈ ਸੰਗਤ ਸਿੰਘ ਜੀ ਨੇ ਹੱਥ ਜੋੜ ਕੇ ਕਿਹਾ ਮਹਾਰਾਜ ਆਪ ਜੀ ਸਾਹਿਬਜ਼ਾਦਿਆਂ ਨੂੰ ਨਾਲ ਲੈ ਕਰਕੇ ਚਮਕੌਰ ਦੀ ਕੱਚੀ ਗਲੀ ਤੋਂ ਚਲੇ ਜਾਓ। ਮਹਾਰਾਜ ਜੀ ਕਹਿੰਦੇ ਦੁਨੀਆ ਕੀ ਆਖੇਗੀ, ਲੋਕਾਂ ਦੇ ਪੁੱਤ ਮਰਵਾ ਕੇ ਆਪ ਆਪਣੇ ਬੱਚਿਆਂ ਨੂੰ ਲੈ ਕੇ ਚਲਾ ਗਿਆ। ਇਹ ਨਹੀਂ, ਮਹਾਰਾਜ ਸੱਚੇ ਪਾਤਸ਼ਾਹ ਨੇ ਸੁਣੀ ਅਣਸੁਣੀ ਕਰ ਦਿੱਤੀ। ਫਿਰ ਕਿਹਾ ਮਹਾਰਾਜ ਆਪ ਜੀ ਚਮਕੌਰ ਦੀ ਕੱਚੀ ਗਲੀ ਛੱਡ ਜਾਓ। ਮਹਾਰਾਜ ਨੇ ਫਿਰ ਨਹੀਂ ਸੁਣਿਆ। ਤੀਜੀ ਵਾਰ ਫਿਰ ਕਿਹਾ ਮਹਾਰਾਜ ਸਾਡੀ ਬੇਨਤੀ ਹੈ ਆਪ ਚਮਕੌਰ ਦੀ ਕੱਚੀ ਗਲੀ ਛੱਡ ਜਾਓ, ਆਪ ਜੀ ਸਾਹਿਬਜ਼ਾਦਿਆਂ ਨੂੰ ਨਾਲ ਲੈ ਜਾਓ। ਉਸ ਮੌਕੇ ਕਲਗੀਆਂ ਵਾਲੇ ਬਾਪੂ ਨੇ ਬੜੇ ਪ੍ਰੇਮ ਦੇ ਵਿੱਚ ਆਖਿਆ ਭਾਈ ਦਇਆ ਸਿੰਘ ਜੀ ਇਹ ਕਿਵੇਂ ਸੋਚ ਲਿਆ, ਇਹ ਦੋ ਮੇਰੇ ਸਾਹਿਬਜ਼ਾਦੇ ਨੇ ਤੇ ਤੁਸੀਂ ਮੇਰੇ ਸਾਹਿਬਜ਼ਾਦੇ ਨਹੀਂ, ਇਹ ਦੋ ਮੇਰੇ ਪੁੱਤਰ ਨੇ ਤੇ ਤੁਸੀਂ ਮੇਰੇ ਪੁੱਤਰ ਨਹੀਂ। ਇਹ ਤਾਂ ਨਿਰੰਕਾਰ ਨੇ ਮੇਰੇ ਘਰ 4 ਡੀਕਾਂ ਕੀਤੀਆਂ ਸੀਗੀਆਂ,
ਗਿਆਨੀ ਜੀ ਇਹ ਵੀ ਦੱਸਦੇ ਸਨ, ਭਾਈ ਦਇਆ ਸਿੰਘ ਨੂੰ ਕਿਹਾ ਦਿਆ ਸਿਆ 4 ਲਕੀਰਾਂ ਖਿੱਚ, ਕਹਿੰਦੇ ਮਿੱਟੀ ਤੇ 4 ਲੀਕਾਂ ਖਿੱਚੀਆਂ, ਕਹਿੰਦੇ ਕੋਈ ਖੁਸ਼ੀ ਹੋਈ? ਕਹਿੰਦੇ ਨਹੀਂ। ਉਹ 4 ਲਕੀਰਾਂ ਮਟਾ ਦੇ, 4 ਲਕੀਰਾਂ ਮਟਾ ਦਿੱਤੀਆਂ, ਕੋਈ ਦੁੱਖ ਹੋਇਆ? ਕਹਿੰਦੇ ਨਹੀਂ। ਤੇ ਮਹਾਰਾਜ ਕਹਿੰਦੇ ਇਸੇ ਤਰੀਕੇ ਨਾਲ ਨਿਰੰਕਾਰ ਨੇ ਮੇਰੇ ਘਰ 4 ਲੀਕਾਂ ਖਿੱਚੀਆਂ, ਮੈਨੂੰ ਖੁਸ਼ੀ ਕੋਈ ਨਹੀਂ। ਜਿੱਦਣ ਇਹ ਕੁਰਬਾਨ ਹੋਣਗੇ ਮੈਨੂੰ ਦੁੱਖ ਕੋਈ ਨਹੀਂ, ਮੈਨੂੰ ਖੁਸ਼ੀ ਹੋਏਗੀ। ਜਿਹਦੀ ਵਸਤੂ ਹੈ ਉਹਦੇ ਕੋਲ ਚਲੀ ਗਈ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਹੈ ਭਾਈ ਇਹ ਵਸਤੂ ਨਿਰੰਕਾਰ ਦੀ ਹੈ। ਬਾਬਾ ਅਜੀਤ ਸਿੰਘ ਸਾਹਿਬ ਜੀ ਮੈਦਾਨੇ ਜੰਗ ਵਿੱਚ ਜਾਂਦੇ, ਭੈਣੋ ਗੁਰਸਿੱਖੋ ਜੰਗ ਹੁੰਦੀ, ਜੰਗ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਸਾਹਿਬ ਜੀ ਪਠਾਨਾਂ ਦੇ ਵਿੱਚ ਜੂਝ ਕੇ ਅੱਗੇ ਜਾ ਕੇ ਵੱਧ ਕੇ ਵਾਰ ਮਾਰਦਾ। ਇੱਕ ਪਠਾਨ ਜਾ ਅਲੀ ਕਰਦਾ ਆਉਂਦਾ। ਬਾਬਾ ਅਜੀਤ ਸਿੰਘ ਸਾਹਿਬ ਦੇ ਹੱਥ ਵਿੱਚ ਨੇਜਾ ਹੈ, ਏਡੇ ਜ਼ੋਰ ਦੀ ਨੇਜਾ ਮਾਰਦੇ, ਲੋਹੇ ਦੀ ਸੰਜੋਗ ਪਾੜ ਕੇ ਇਹ ਨੇਜਾ ਅੰਦਰ ਚਲਾ ਜਾਂਦਾ, ਪਰ ਨੇਜਾ ਜਿਹੜਾ ਖੁੱਭ ਜਾਂਦਾ, ਨੇਜਾ ਬਾਹਰ ਨਹੀਂ ਆਉਂਦਾ। ਇਸ ਕਰਕੇ ਨੇਜੇ ਤੋਂ ਹੱਥਰ ਹੋ ਜਾਂਦੇ। ਤੀਰ ਕਮਾਨ ਮੁੱਕ ਚੁੱਕੇ ਸੀ, ਫਿਰ ਹੱਥ ਦੇ ਵਿੱਚ ਇਹਨਾਂ ਨੇ ਕਿਰਪਾਨ ਫੜ ਲਈ। 2 ਨਾਂ ਲੈ ਜਾਂਦੇ। ਜਿਹੜਾ ਜ਼ਾਲਮ ਹੁੰਦਾ ਨਾ ਉਹਦੇ ਹੱਥ ਵਿੱਚ ਤਲਵਾਰ ਹੁੰਦੀ ਆ, ਜ਼ਾਲਮ ਦੇ ਹੱਥ ਵਿੱਚ ਕੀ ਹੁੰਦੀ? ਤਲਵਾਰ। ਤੇ ਜਿਹੜਾ ਭਲਾ ਕਰਨ ਵਾਲਾ ਹੁੰਦਾ ਉਹਦੇ ਹੱਥ ਵਿੱਚ ਹੁੰਦੀ ਕਿਰਪਾਨ। ਕਿਰਪਾ ਪਲੱਸ ਆਨ, ਕਿਸੇ ਦੀ ਆਨ ਬਚਾਉਣ ਵਾਸਤੇ ਤਲਵਾਰ। ਤਲਵਾਰ ਦਾ ਭਾਵ ਹੁੰਦਾ ਤਲ, ਤਲ ਮੈਨੇ ਧਰਤੀ। ਜਿਹੜਾ ਜ਼ਾਲਮ ਹੁੰਦਾ ਨਾ ਦੁਨੀਆ ਨੂੰ ਧਰਤੀ ਨਾਲ ਲਾ ਕੇ ਰੱਖਦਾ, ਧਰਤੀ ਨਾਲ ਲਾ ਕੇ। ਔਰ ਜਿਹੜਾ ਧਰਮੀ ਹੁੰਦਾ ਨਾ ਉਹ ਧਰਤੀ ਤੇ ਲੱਗਿਆ ਹੋਇਆ ਨੂੰ ਉੱਚਾ ਚੁੱਕਦਾ ਆ, ਉਹਨੂੰ ਨਵਾਜ਼ਦਾ, ਸਤਿਕਾਰ ਕਰਦਾ। ਗੁਰੂ ਕੇ ਖਾਲਸਿਆਂ ਦੇ ਹੱਥ ਵਿੱਚ ਕਿਰਪਾਨ ਹੈ, ਮੁਗਲਾਂ ਦੇ ਹੱਥ ਵਿੱਚ ਤਲਵਾਰ ਹੈ। ਜੰਗ ਹੁੰਦੀ ਹੈ, ਕਈਆਂ ਦੇ ਆਉਣ ਆਉਂਦਾ ਬਾਬਾ ਅਜੀਤ ਸਿੰਘ ਸਾਹਿਬ ਜੀ ਸਾਰੇ ਮੁਗਲਾਂ ਨੇ ਇਕੱਤਰ ਹੋ ਕਰਕੇ ਵਿਉਂਤ ਲੜੀ। ਇਸ ਤਰੀਕੇ ਨਾਲ ਅਸੀਂ ਵਾਰ ਨਹੀਂ ਕਰ ਸਕਦੇ। ਕਿਉਂ ਨਾ ਆਪਾਂ ਇਕੱਠੇ ਤੀਰ ਚਲਾਈਏ? ਸਾਰਿਆਂ ਨੇ ਇਕੱਠੇ ਤੀਰ ਚਲਾ ਦਿੱਤੇ। ਕਹਿੰਦੇ ਕਿ ਜਿੰਨੇ ਸਰੀਰ ਤੇ ਰੋਮ ਸੀ ਇੰਨੇ ਤੀਰ ਵੱਜੇ। ਬਾਬਾ ਅਜੀਤ ਸਿੰਘ ਸਾਹਿਬ ਜੀ ਸ਼ਹੀਦੀ ਦਾ ਜਾਮ ਪੀ ਜਾਂਦੇ, ਧਰਤੀ ਤੇ ਡਿੱਗ ਪੈਂਦੇ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਗੜੀ ਤੇ ਖਲੋ ਕੇ ਜਕਾਰਾ ਛੱਡਦੇ। ਮੁਗਲ ਹੈਰਾਨ ਹੋ ਜਾਂਦੇ, ਕੈਸਾ ਬਾਪ ਹੈ, ਪੁੱਤਰ ਦੇ ਮਰਨ ਤੇ ਵੀ ਖੁਸ਼ੀ ਮਨਾਉਂਦਾ। ਗੱਜ ਗਿਆ ਕੋ ਸਤਨਾਮ ਤੇਰੇ ਵਾਹਿਗੁਰੂ। ਗੁਰੂ ਕੀ ਸਾਧ ਸੰਗਤ ਜੀ, ਗੁਰੂ ਗੋਬਿੰਦ ਸਿੰਘ ਸਾਹਿਬ ਪਿਤਾ ਮਹਾਰਾਜ ਜੀ ਦਾ ਲਾਡਲਾ ਬਾਬਾ ਜੁਝਾਰ ਸਿੰਘ ਸਾਹਿਬ ਜੀ, ਬਾਬਾ ਜੁਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਸਾਹਿਬ ਜੀ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ 4 ਪੁੱਤਰ ਤੇ ਚਾਰੇ ਦੇ ਚਾਰੇ ਸ਼ੇਰ। ਦੂਸਰੇ ਪੁੱਤ ਦੀ ਵਾਰੀ ਆ ਗਈ। ਬਾਬਾ ਜੁਝਾਰ ਸਿੰਘ ਸਾਹਿਬ ਜੀ ਨੇ ਕਿਹਾ ਪਿਤਾ ਜੀ ਮੇਰਾ ਵੀ ਚਿੱਤ ਕਰਦਾ, ਮੈਨੂੰ ਵੀ ਹੁਣ ਸ਼ਸਤਰ ਦਵੋ। ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਫਿਰ ਖਾਲਸਿਆਂ ਨੇ ਕਿਹਾ ਮਹਾਰਾਜ 2 ਪੁੱਤਰਾਂ ਦਾ ਪਤਾ ਨਹੀਂ, ਇੱਕ ਕੁਰਬਾਨ ਹੋ ਗਿਆ, ਇੱਕ ਤਾਂ ਰੱਖ ਲਵੋ। ਗੱਜ ਗਿਆ ਕੋ ਸਤਨਾਮ ਤੇਰੀ। ਮਹਾਰਾਜ ਸੱਚੇ ਪਾਤਸ਼ਾਹ ਨੇ ਸੁਣੀ ਅਣਸੁਣੀ ਕਰ ਦਿੱਤੀ। ਕਮਰ ਕੱਸਾ ਲਾ ਦਿੱਤਾ, ਸ਼ਸਤਰ ਸਜਾ ਦਿੱਤੇ, ਸੋਹਣੀ ਕਲਗੀ ਲਾ ਦਿੱਤੀ, ਦਮਾਲਾ ਚੜਾ ਦਿੱਤਾ, ਨਾਲ 5 ਸਿੰਘ ਦੇ ਦਿੱਤੇ। ਕਹਿਣ ਲੱਗੇ ਕਿ ਉਸ ਮੌਕੇ ਫਿਰ ਬਾਬਾ ਜੁਝਾਰ ਸਿੰਘ ਸਾਹਿਬ ਨੂੰ ਵੀ ਕੱਚੀ ਗੜੀ ਤੋਂ ਤੁਰਨ ਲੱਗਿਆ। ਗੁਰੂ ਗੋਬਿੰਦ ਸਿੰਘ ਪਿਤਾ ਮਹਾਰਾਜ ਨੇ ਮੋਢਿਆਂ ਤੋਂ ਫੜ ਕੇ ਰੱਜ ਕੇ ਤੱਕਿਆ, ਮਸਤਕ ਚੁੰਮਿਆ, ਗੱਲ ਨਾਲ ਲਾਇਆ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਜਾਓ ਇੱਥੇ ਸ਼ਹੀਦ ਹੋਵੋ, ਅੱਗੇ ਜਸ ਗਾਓ, ਅੱਗੇ ਜਾ ਕੇ ਦੁਨੀਆ ਤੁਹਾਡਾ ਜਸ ਕਰੇਗੀ। ਜਿਨ੍ਹਾਂ ਨੇ ਕੁਰਬਾਨੀ ਕੀਤੀ ਹੈ ਨਾ ਗੁਰੂ ਨਾਨਕ ਦੇ ਘਰ ਵਾਸਤੇ ਭੈਣੋ, ਉਹਨਾਂ ਦਾ ਜਸ ਗਾਇਆ ਜਾਂਦਾ। ਜਿਨ੍ਹਾਂ ਨੇ ਗੁਰੂ ਨਾਨਕ ਦੇ ਘਰ ਵਿੱਚ ਵੀ ਠੱਗੀ ਮਾਰੀ ਹੈ ਤੇ ਬੇਈਮਾਨੀ ਕੀਤੀ, ਉਹਨਾਂ ਨੂੰ ਲੋਕੀ ਉਦੋਂ ਵੀ ਲਾਹਨਤਾਂ ਪਾਉਂਦੇ ਸੀ, ਉਹਨਾਂ ਨੂੰ ਲੋਕੀ ਅੱਜ ਵੀ ਲਾਹਨਤਾਂ ਪਾਉਂਦੇ। ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਲਾਡਲਾ ਬਾਬਾ ਜੁਝਾਰ ਸਿੰਘ ਵੀ ਮੈਦਾਨੇ ਜੰਗ ਵਿੱਚ ਚਲਾ ਗਿਆ। ਜਦੋਂ ਕੱਚੀ ਗਲੀ ਚੋਂ ਨਿਕਲ ਕੇ ਬਾਹਰ ਆਇਆ, ਮੁਗਲ ਆਪਣੇ ਪੈਰਾਂ ਤੋਂ 10-10 ਕਰਮਾਂ ਪਿਛਾਂ ਚਲੇ ਗਏ। ਐਉਂ ਪ੍ਰਤੀਤ ਹੋਇਆ ਜਿਸ ਤਰ੍ਹਾਂ ਬਹੁਤ ਵੱਡਾ ਪਹਾੜ ਅਗਲੇ ਬੰਨੇ ਵੱਧਦਾ ਆ ਰਿਹਾ ਹੈ। ਕਹਿਣ ਲੱਗੇ ਮੈਦਾਨੇ ਜੰਗ ਵਿੱਚ ਜੰਗ ਕੀਤੀ, ਕਹਿੰਦੇ ਕਿ ਤੀਰ ਕਮਾਨ ਚਲਾਏ, ਨੇਜਾ ਚਲਾਇਆ, ਆਖਰ ਘੇਰਾ ਪੈ ਗਿਆ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਕੱਚੀ ਗੜੀ ਦੇ ਉੱਤੋਂ ਤੀਰ ਚਲਾਏ। ਇਸ ਕਰਕੇ ਛੋਟਾ ਪੁੱਤਰ ਹੋਣ ਦੇ ਨਾਤੇ ਮਹਾਰਾਜਿਆਂ ਨੇ ਉਸ ਘੇਰੇ ਨੂੰ ਫਿਰ ਤੋੜਿਆ। ਬਾਬਾ ਜੁਝਾਰ ਸਿੰਘ ਸਾਹਿਬ ਜੀ ਫਿਰ ਵੱਧ ਕੇ ਵਾਰ ਮਾਰਦੇ ਰਹੇ। ਆਖਰ ਸਮਾਂ ਆ ਗਿਆ, ਗੁਰੂ ਕੀ ਸਾਧ ਸੰਗਤ ਜੀ, ਸ਼ਾਮ ਦਾ ਸੂਰਜ ਢਲਣਾ ਸ਼ੁਰੂ ਹੋਇਆ। ਸਾਰਿਆਂ ਮੁਗਲਾਂ ਨੇ ਹੱਲਾ ਕਰ ਦਿੱਤਾ। ਹੱਲਾ ਕਰਕੇ ਜਿਸ ਤਰ੍ਹਾਂ ਬਾਬਾ ਅਜੀਤ ਸਿੰਘ ਸਾਹਿਬ ਨੂੰ ਸ਼ਹੀਦ ਕੀਤਾ, ਸਾਰਿਆਂ ਨੇ ਤੀਰ ਇਕੱਠੇ ਛੱਡ ਦਿੱਤੇ। ਇਸ ਕਰਕੇ ਬਾਬਾ ਜੁਝਾਰ ਸਿੰਘ ਸਾਹਿਬ ਜੀ ਦੇ ਸਰੀਰ ਦੇ ਉੱਤੇ, ਕਹਿੰਦੇ ਜਿੰਨੇ ਸਰੀਰ ਦੇ ਉੱਤੇ ਰੋਮ ਸੀ ਨਾ, ਕੋਈ ਐਸਾ ਥਾਂ ਨਹੀਂ ਸੀ ਜਿੱਥੇ ਤੀਰ ਨਹੀਂ ਵੱਜੇ, ਧਰਤੀ ਤੇ ਡਿੱਗ ਪਏ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸੂਰਜ ਢਲਦਾ ਵੇਖਿਆ,
ਪੁੱਤਰ ਧਰਤੀ ਤੇ ਡਿੱਗਦਾ ਸ਼ਹੀਦੀ ਦਾ ਜਾਮ ਪੈਂਦਾ ਵੇਖਿਆ। ਹੁਣ ਬਾਪੂ ਨੇ ਇੱਕ ਨਹੀਂ, ਹੁਣ ਗੁਰੂ ਗੋਬਿੰਦ ਸਿੰਘ ਸਾਹਿਬ ਨੇ 5 ਜਗਾਰੇ ਛੱਡੇ। 5 ਆਪਣੇ ਪੁੱਤਰ ਨੂੰ ਕੁਰਬਾਨ ਹੁੰਦਿਆਂ ਵੇਖ ਕੇ। ਐਸਾ ਬਾਪ ਜਿਹੜਾ ਆਪਣੇ ਪੁੱਤਰ ਨੂੰ ਕੁਰਬਾਨ ਹੁੰਦਿਆਂ ਵੇਖ ਕੇ ਜਗਾਰਾ ਛੱਡੇ। ਗੁਰੂ ਕੀ ਸਾਧ ਸੰਗਤ ਜੀ ਚੇਤਾ ਰੱਖਿਓ, ਇਹ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਸੱਚਾ ਪਾਤਸ਼ਾਹ ਜਿਸ ਸਾਹਿਬ ਨੇ 9 ਵਰੇ ਦੀ ਉਮਰ ਚ ਕਿਹਾ ਸੀਗਾ, ਪਿਤਾ ਜੀ ਤੁਸੀਂ ਜਾ ਕੇ ਦਿੱਲੀ ਸ਼ਹੀਦੀ ਦਾ ਜਾਮ ਪੀਵੋ ਔਰ ਮੈਨੂੰ ਸ਼ਹੀਦੀਆਂ ਦੀ ਜਾਚ ਸਿਖਾਵੋ, ਆਖਰ ਸ਼ਹੀਦੀ ਕਿਵੇਂ ਦਈਦੀ ਆ। ਕੱਜ ਗਿਆ ਕੋ ਸਤਨਾਮ ਸ੍ਰੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਪਿਤਾ ਮਹਾਰਾਜ, ਆਪ ਜੀ ਦਾ ਅਹਿਸਾਨ ਨਹੀਂ ਕੌਮ ਭੁੱਲ ਸਕਦੀ ਗੁਰੂ ਪਿਤਾ ਮਹਾਰਾਜ, ਪਰ ਅੱਜ ਅਸੀਂ ਤੇਰੇ ਅਹਿਸਾਨ ਨੂੰ ਭੁੱਲ ਗਏ। ਅੱਜ ਤੈਨੂੰ ਅਸੀਂ ਯਾਦ ਨਹੀਂ ਕਰਦੇ, ਅੱਜ ਅਸੀਂ ਤੇਰਾ ਅੰਮ੍ਰਿਤ ਵੇਲਾ ਨਹੀਂ ਸਾਂਭਦੇ, ਅੱਜ ਅਸੀਂ ਤੇਰੀ ਬਾਣੀ ਨਹੀਂ ਪੜ੍ਹਦੇ, ਅੱਜ ਸਾਡਾ ਜੀਵਨ ਉੱਚਾ ਤੇ ਸੁੱਚਾ ਨਹੀਂ ਰਿਹਾ, ਅੱਜ ਸਾਡੀ ਜ਼ਿੰਦਗੀ 'ਚ ਨਾਮ ਰੰਗ ਨਹੀਂ ਰਿਹਾ, ਅੱਜ ਸਾਡੀ ਜ਼ਿੰਦਗੀ 'ਚ ਨਾਮ ਪ੍ਰੇਮ ਨਹੀਂ ਰਿਹਾ, ਅੱਜ ਸਾਡੀ ਜ਼ਿੰਦਗੀ 'ਚ ਅੰਮ੍ਰਿਤ ਵੇਲਾ ਨਹੀਂ ਰਿਹਾ। ਫਿਰ ਵੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਕਿਹਾ, ਖਾਲਸਾ ਜੀ ਕੱਲ ਦਾ ਅੰਮ੍ਰਿਤ ਵੇਲਾ ਕਰਕੇ ਕੱਲ ਆਪਾਂ ਸ਼ਹੀਦੀ ਦਾ ਜਾਮ ਪੀ ਜਾਣਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੂੰ ਖਾਲਸਾ ਪੰਥ ਨੇ ਪੰਜਾਂ ਦੇ ਰੂਪ ਵਿੱਚ ਹੁਕਮ ਕੀਤਾ, ਤੁਸੀਂ ਚਮਕੌਰ ਦੀ ਕੱਚੀ ਗਲੀ ਛੱਡ ਕੇ ਚਲੇ ਜਾਵੋ। ਮਹਾਰਾਜ ਨੇ ਹੁਕਮ ਨੂੰ ਕੁਰਬਾਨ ਪ੍ਰਵਾਨ ਕਰ ਲਿਆ। ਮਹਾਰਾਜ ਜੀ ਨੇ ਆਪਣੇ ਸਿਰ ਤੋਂ ਲਾ ਕੇ ਕਲਗੀ, ਆਪਣਾ ਪੋਸ਼ਾਕਾ ਲਾ ਕੇ ਭਾਈ ਸੰਗਤ ਸਿੰਘ ਜੀ ਦੇ ਸਿਰ ਦੇ ਉੱਤੇ ਸਜਾ ਦਿੱਤਾ। ਮਹਾਰਾਜ ਚਮਕੌਰ ਦੀ ਕੱਚੀ ਗਲੀ ਚੋਂ ਨਿਕਲਣ ਲੱਗਿਆ, ਟਿੱਬੀ ਤੇ ਜਾ ਕੇ ਮਹਾਰਾਜ ਜੀ ਨੇ ਤਾੜੀ ਮਾਰੀ। ਉਸ ਗੁਰਦੁਆਰਾ ਸਾਹਿਬ ਦਾ ਨਾਮ ਹੈ ਗੁਰਦੁਆਰਾ ਸ੍ਰੀ ਤਾੜੀ ਸਾਹਿਬ। ਮਹਾਰਾਜ ਤਾੜੀ ਮਾਰ ਕੇ ਕਹਿਣ ਲੱਗਿਆ ਕਿ ਪੀਰੇ ਹਿੰਦ ਰਬਦ, ਹਿੰਦ ਦਾ ਪੀਰ ਚਾਰਿਆ ਹੈ, ਜੇ ਕੋਈ ਫੜ ਸਕਦਾ ਹੈ ਤੇ ਫੜ ਲਵੋ। ਤੇ ਮਹਾਰਾਜ ਸੱਚੇ ਪਾਤਸ਼ਾਹ ਮਹਾਰਾਜ ਦੇ ਪਹਿਲੇ 2 ਪਿਆਰੇ ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ, ਭਾਈ ਮਾਨ ਸਿੰਘ ਜੀ, ਇਹ 3 ਗੁਰੂ ਕੇ ਖਾਲਸੇ ਜਿਹੜੇ ਸਨ। ਮਹਾਰਾਜ ਤਾਰਿਆਂ ਦੀ ਸੇਧ ਨਾਲ ਚਰਨ ਕਮਲ ਸਾਹਿਬ ਮਾਛੀਵਾੜੇ ਦੇ ਜੰਗਲ 'ਚ ਮਹਾਰਾਜ ਚਲੇ ਜਾਂਦੇ, ਗੁਲਾਬੇ ਪੰਜਾਬੇ ਦੇ ਘਰ ਜਾਂਦੇ, ਮਹਾਰਾਜ ਗਨੀ ਖਾਨ ਨਬੀ ਖਾਨ ਦੇ ਘਰ ਜਾਂਦੇ, ਮਹਾਰਾਜ ਇਹਦੇ ਘਰੋਂ ਉੱਚਦੇ ਪੀਰ ਬਣ ਕੇ ਜਾਂਦੇ। ਮਹਾਰਾਜ ਸੱਚੇ ਪਾਤਸ਼ਾਹ ਰਾਏ ਕੱਲੇ ਦੇ ਖੇਤਾਂ 'ਚ ਖੂਹ ਤੇ ਚਲੇ ਜਾਂਦੇ। ਰਾਏ ਕੱਲੇ ਤੋਂ ਜਾ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਉਹਦੇ ਨੌਕਰ ਨੂੰ ਜਾ ਕੇ, ਫਿਰ ਜਾ ਕੇ ਨੌਕਰ ਉਹਦਾ ਸਰਹੰਦ ਜਾਂਦਾ। ਸਰਹੰਦ ਜਾ ਕੇ ਗੁਰੂ ਕੀ ਸਾਧ ਸੰਗਤ ਜੀ ਸਾਰੀ ਖਬਰ ਲਿਆ ਕੇ ਛੋਟੇ ਸਾਹਿਬਜ਼ਾਦਿਆਂ ਦੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਦੱਸਦਾ। ਉਹ ਕਿਤਰਾ ਆ ਕੇ ਦੱਸਦਾ ਹੈ, ਮਹਾਰਾਜ ਕਿਤਰਾ ਸੁਣਦੇ ਹਨ। ਕੱਲ ਨੂੰ ਛੋਟੇ ਸਾਹਿਬਜ਼ਾਦਿਆਂ ਦਾ ਪ੍ਰਸੰਗ ਆਪ ਜੀ ਨਾਲ ਸਾਂਝਾ ਕਰਾਂਗੇ। ਆਓ ਕੱਲ ਦੀ ਤਰ੍ਹਾਂ ਆਪਾਂ